हाँ जी दोस्तों, क्लास 8वीं ਦਾ ਲੈ ਕੇ ਆ ਚੁੱਕੇ ਆ ਸਿਹਤ ਅਤੇ ਸਰੀਰਕ ਸਿੱਖਿਆ ਯਾਨੀ ਕਿ ਫਿਜ਼ੀਕਲ ਐਜੂਕੇਸ਼ਨ ਦਾ ਫੁੱਲੀ ਸੋਲਵਡ ਇੱਕ ਪੇਪਰ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਲਾਨਾ ਪ੍ਰੀਖਿਆਵਾਂ 2023 ਦਾ ਇੱਕ ਇਹ ਸਾਡੇ ਕੋਲ ਪੇਪਰ ਪਹੁੰਚਿਆ ਵਾ। ਵੈਰੀ ਇੰਪੋਰਟੈਂਟ ਇਹਦੇ ਵਿੱਚ ਪ੍ਰਸ਼ਨ ਉੱਤਰ ਹੈਗੇ ਨੇ। ਇਹ ਇੰਗਲਿਸ਼ ਮੀਡੀਅਮ ਤੇ ਪੰਜਾਬੀ ਮੀਡੀਅਮ ਦੋਨਾਂ ਦੇ ਵਿੱਚ ਹੈਗਾ ਵਾ ਕੁਐਸਚਨ ਪੇਪਰ। ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ, ਠੀਕ ਹੈ ਜੀ। ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਆ ਤੇ ਪੰਜਾਬੀ ਦੇ ਵਿੱਚ ਵੀ ਹੈਗਾ ਵਾ ਤੇ ਅਸੀਂ ਦੋਨਾਂ ਹੀ ਮੀਡੀਅਮ ਦੇ ਵਿੱਚ ਤੁਹਾਡੀ ਜਿਹੜੀ ਹੈਗੀ ਚੰਗੀ ਤਰ੍ਹਾਂ ਤਿਆਰੀ ਕਰਾਵਾਂਗੇ। ਤਾਂ ਦੋਸਤੋ ਦੇਖ ਲਓ 40 ਨੰਬਰ ਦਾ ਪੇਪਰ ਆਏਗਾ, 2 ਘੰਟੇ ਦਾ ਤੁਹਾਨੂੰ ਸਮਾਂ ਮਿਲੇਗਾ। ਤਾਂ ਦੋਸਤੋ ਚਲੋ ਸ਼ੁਰੂ ਕਰਦੇ ਹਾਂ। ਭਾਗ ਊੜਾ ਦੇਖ ਲਓ। ਸਭ ਤੋਂ ਪਹਿਲਾ ਪ੍ਰਸ਼ਨ ਕੀ ਇਹਦੇ ਵਿੱਚ ਸੰਤੁਲਿਤ ਭੋਜਨ ਤੋਂ ਕੀ ਭਾਵ ਹੈ, ਠੀਕ ਹੈ ਜੀ। ਤਾਂ ਦੋਸਤੋ ਇਹਦਾ ਆਨਸਰ ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ। ਸਰੀਰ ਲਈ ਲੋੜੀਂਦੇ ਸਾਰੇ ਤੱਤ ਸ਼ਾਮਿਲ ਹੋਣ, ਠੀਕ ਹੈ ਜੀ, ਤਾਂ ਉਸ ਨੂੰ ਸੰਤੁਲਿਤ ਭੋਜਨ ਕਹਿੰਦੇ ਹਨ। ਤੇ ਇਸੇ ਤਰ੍ਹਾਂ ਦੋਸਤੋ ਇੰਗਲਿਸ਼ ਮੀਡੀਅਮ ਵਾਲੇ ਆਪਣਾ ਦੇਖ ਲੈਣ ਆਨਸਰ ਇਨਕਲੂਡ ਆਲ ਦਾ ਐਲੀਮੈਂਟਸ ਰਿਕੁਆਇਰਡ ਬਾय ਦਾ ਬੋਡੀ, ਠੀਕ ਹੈ ਜੀ। ਤਾਂ ਇਹਦਾ ਆਨਸਰ ਇਹ ਵਾਲਾ ਹੋ ਜਾਏਗਾ, ਠੀਕ ਹੈ ਜੀ। ਤਾਂ ਕਿਹੜਾ ਆਪਸ਼ਨ ਸਹੀ ਹੋਏਗਾ ਇਹਦੇ ਵਿੱਚ? ਤਾਂ ਇਹ ਊੜਾ ਆਪਸ਼ਨ ਸਰੀਰ ਲਈ ਲੋੜੀਂਦੇ ਸਾਰੇ ਤੱਤ ਸ਼ਾਮਿਲ ਹੋਣ। ਇਹ ਪੰਜਾਬੀ ਮੀਡੀਅਮ ਦੇ ਲਈ। ਇੰਗਲਿਸ਼ ਮੀਡੀਅਮ ਦਾ ਦੋਸਤੋ ਆ ਜਾਏਗਾ ਇਨਕਲੂਡ ਆਲ ਐਲੀਮੈਂਟਸ ਰਿਕੁਆਇਰਡ ਬਾय ਦਾ ਬੋਡੀ, ਠੀਕ ਹੈ ਜੀ। ਤਾਂ ਇਹ ਇਸ ਦਾ ਆਨਸਰ ਹੋ ਜਾਏਗਾ। ਤੇ ਦੂਸਰਾ ਪ੍ਰਸ਼ਨ ਦੋਸਤੋ ਕੀ ਹੈ ਕਿ ਭੋਜਨ ਸਾਡੇ ਸਰੀਰ ਵਿੱਚ ਕੀ ਕਰਦਾ ਹੈ, ਠੀਕ ਹੈ ਜੀ। ਤਾਂ ਦੋਸਤੋ ਜਿਹੜਾ ਭੋਜਨ ਹੈ ਨਾ ਉਹ ਸਰੀਰ ਨੂੰ ਊਰਜਾ ਜਿਹੜਾ ਹੈਗਾ ਪ੍ਰਦਾਨ ਕਰਦਾ ਹੈ, ਠੀਕ ਹੈ ਜੀ। ਪ੍ਰੋਵਾਈਡਸ એનર્ਜੀ ਟੂ ਦਾ ਬੋਡੀ, ਠੀਕ ਹੈ ਜੀ। ਤਾਂ ਦੋਸਤੋ ਇਹਦਾ ਆਨਸਰ ਹੋ ਜਾਏਗਾ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ। ਤੇ ਇੰਗਲਿਸ਼ ਮੀਡੀਅਮ ਵਾਲੇ ਆਪਣਾ ਦੇਖ ਲੈਣ ਕਿ ਭਾਈ ਪ੍ਰੋਵਾਈਡ એનર્ਜੀ ਟੂ ਦਾ ਬੋਡੀ, ਠੀਕ ਹੈ ਜੀ। ਤੇ ਇਹ ਇਸ ਦਾ ਆਨਸਰ ਹੋ ਜਾਏਗਾ। ਅਗਲਾ ਪ੍ਰਸ਼ਨ ਦੇਖੋ ਦੋਸਤੋ ਕੀ ਹੈ। ਤੀਸਰਾ ਪ੍ਰਸ਼ਨ ਕਿ ਪ੍ਰੋਟੀਨ ਦੇ ਜਿਹੜੇ ਹੈਗੇ ਆ ਕਿਹੜੇ ਤੱਤ ਵਿੱਚ ਪਾਇਆ ਜਾਂਦਾ ਹੈ। ਪ੍ਰੋਟੀਨ ਭੋਜਨ ਦੇ ਕਿਹੜੇ ਤੱਤ ਵਿੱਚ ਜਿਹੜਾ ਹੈਗਾ ਪਾਇਆ ਜਾਂਦਾ ਹੈ। ਤਾਂ ਦੋਸਤੋ ਇਹਦਾ ਆਨਸਰ ਆ ਜਾਏਗਾ ਦਾਲਾਂ, ਦੁੱਧ, ਮੀਟ, ਅਨਾਜ, ਸੁੱਕੇ ਮੇਵੇ, ਠੀਕ ਹੈ ਜੀ। ਇੰਗਲਿਸ਼ ਦੇ ਵਿੱਚ ਪਲਸਿਸ, ਮਿਲਕ, ਮੀਟ ਤੇ ਆਪਣਾ ਸੈਰੀਅਲਸ, ਠੀਕ ਹੈ ਜੀ, ਤੇ ਡਰਾਈਡ ਫਰੂਟਸ, ਠੀਕ ਹੈ। ਤਾਂ ਆਨਸਰ ਇਸ ਦਾ ਇਹ ਹੋ ਜਾਏਗਾ। ਤਾਂ ਦੇਖ ਲਓ ਦੋਸਤੋ ਕਿਹੜਾ ਵਾ ਇਹ ਆੜਾ ਆਪਸ਼ਨ ਦਾਲਾਂ, ਦੁੱਧ, ਮੀਟ, ਅਨਾਜ, ਸੁੱਕੇ ਮੇਵੇ ਇਸ ਦਾ ਰਾਈਟ ਆਨਸਰ ਹੋ ਜਾਏਗਾ। ਤੇ ਆਪਣਾ ਜਿਹੜਾ ਇਹਦੇ ਵਿੱਚ ਆ ਦੋਸਤੋ, ਠੀਕ ਹੈ ਜੀ। ਤਾਂ ਇਹਦੇ ਵਿੱਚ ਦੋਸਤੋ ਆਹ ਆਪਸ਼ਨ ਯਾਨੀ ਕਿ ਪਲਸਿਸ, ਮਿਲਕ, ਮੀਟ, ਕੈਰੀਅਲਸ, ਡਰਾਈਡ ਫਰੂਟਸ ਇਹ ਆਪਸ਼ਨ ਸਹੀ ਹੋਵੇਗਾ। ਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਦੇਖੋ ਕੀ ਹੈ। ਹਾਂਜੀ, ਤਾਂ ਚੌਥਾ ਪ੍ਰਸ਼ਨ ਦੇਖਦੇ ਹਾਂ ਦੋਸਤੋ ਹੁਣ। ਵੇਟ ਇੱਥੇ ਸਕਰੀਨ ਇੱਧਰ ਹੋ ਗਈ। ਤਾਂ ਦੇਖੋ ਦੋਸਤੋ ਵਿਟਾਮਿਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ, ਠੀਕ ਹੈ ਜੀ। ਤਾਂ ਦੋਸਤੋ ਇਹਦਾ ਆਨਸਰ ਦੇਖ ਸਕਦੇ ਹੋ ਤੁਸੀਂ। ਵਿਟਾਮਿਨ ਜਿਹੜੇ ਹੈਗੇ ਦੋਸਤੋ 6 ਪ੍ਰਕਾਰ ਦੇ ਹੁੰਦੇ ਹਨ ਤੇ ਇਹ ਵਿਟਾਮਿਨ ਜਿਹੜੇ ਹੈਗੇ ਇੰਗਲਿਸ਼ ਦੇ ਵਿੱਚ 6 ਪ੍ਰਕਾਰ ਦੇ ਹੁੰਦੇ ਹਨ, ਯਾਨੀ ਕਿ 6 ਟਾਈਪਸ ਦੇ ਹੁੰਦੇ ਹਨ। ਜਿਵੇਂ ਕਿ ਤੁਹਾਨੂੰ ਇੰਗਲਿਸ਼ ਮੀਡੀਅਮ ਦਾ ਵੀ ਦਿਖਾ ਦਈਏ। ਆ ਦੇਖੋ ਦੋਸਤੋ ਹਾਊ ਮੈਨੀ ਟਾਈਪਸ ਆਫ ਵਿਟਾਮਿਨ 6, ਠੀਕ ਹੈ ਜੀ। ਤਾਂ ਇਹਦਾ ਆਨਸਰ ਇਹ ਵਾਲਾ ਹੋ ਜਾਏਗਾ। ਹੁਣ ਅਗਲਾ ਪ੍ਰਸ਼ਨ ਦੇਖੋ ਦੋਸਤੋ ਕੀ ਹੈ ਕਿ ਖਣਿਜ ਪਦਾਰਥ ਦੇ ਸਾਡੇ ਸਰੀਰ ਵਿੱਚ ਕੀ ਕੰਮ ਹੈ, ਠੀਕ ਹੈ ਜੀ। ਤਾਂ ਖਣਿਜ ਪਦਾਰਥ ਦਾ ਸਾਡੇ ਸਰੀਰ ਵਿੱਚ ਕੀ ਕੰਮ ਹੈ, ਪੰਜਵਾਂ ਪ੍ਰਸ਼ਨ ਹੈਗਾ ਨਾ ਇਹ। ਤਾਂ ਇਹਦਾ ਆ ਜਾਏਗਾ ਦੋਸਤੋ ਆਨਸਰ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦੇ ਹਨ। ਸਟਰੈਂਥਨਸ ਬੋਨਸ ਐਂਡ ਤੀਥ ਇੰਗਲਿਸ਼ ਦੇ ਵਿੱਚ, ਠੀਕ ਹੈ ਜੀ। ਤਾਂ ਦੋਸਤੋ ਇਹਦਾ ਆਨਸਰ ਕੀ ਆ ਜਾਏਗਾ? ਇਹ ਸੱਸਾ ਆਪਸ਼ਨ ਯਾਨੀ ਕਿ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦੇ ਹਨ, ਠੀਕ ਹੈ ਜੀ। ਤੇ ਇੰਗਲਿਸ਼ ਮੀਡੀਅਮ ਵਾਲੇ ਆਪਣੇ ਪੰਜਵੇਂ ਦਾ ਆਨਸਰ ਦੇਖ ਲੈਣ, ਠੀਕ ਹੈ ਜੀ। ਆਹ ਦੇਖ ਲਓ ਸਟਰੈਂਥਨਸ ਬੋਨਸ ਐਂਡ ਤੀਥ, ਠੀਕ ਹੈ ਜੀ। ਤੇ ਹੁਣ ਅਗਲਾ ਪ੍ਰਸ਼ਨ ਦੇਖੋ ਦੋਸਤੋ ਕੀ ਹੈ। ਮੁੱਢਲੀ ਸਹਾਇਤਾ ਦੇ ਉਦੇਸ਼ ਕੀ ਹਨ, ਠੀਕ ਹੈ ਜੀ। ਤਾਂ ਇਹਦਾ ਆਨਸਰ ਵੀ ਤੁਸੀਂ ਦੇਖ ਸਕਦੇ ਹੋ। ਉਪਰੋਕਤ ਸਾਰੇ ਆਨਸਰ ਆਏਗਾ ਇਸ ਦਾ 6ਵੇਂ ਦਾ, ਠੀਕ ਹੈ ਜੀ। ਉਪਰੋਕਤ ਸਾਰੇ ਮਤਲਬ ਆਹ ਰਿਹਾ, ਇਹ ਆਨਸਰ ਇਸ ਦਾ ਹੋਏਗਾ ਯਾਨੀ ਕਿ ਆਵੀ ਤੇ ਆਵੀ, ਠੀਕ ਹੈ ਜੀ। ਤਾਂ ਇਹ ਇਸ ਦਾ ਆਨਸਰ ਹੋਏਗਾ। ਤਾਂ ਇੰਗਲਿਸ਼ ਮੀਡੀਅਮ ਵਾਲੇ ਵੀ ਆਪਣਾ ਦੇਖ ਲੈਣ, ਠੀਕ ਹੈ ਜੀ। ਤਾਂ ਆਲ ਆਫ ਦਾ ਅਬਵ ਆਏਗਾ ਤੁਹਾਨੂੰ ਏ ਵੀ ਤੇ ਏ ਵੀ, ਠੀਕ ਹੈ ਜੀ। ਤਾਂ ਇਸ ਦਾ ਆਨਸਰ ਹੋ ਜਾਏਗਾ। ਤੇ ਹੁਣ ਅਗਲਾ ਪ੍ਰਸ਼ਨ ਦੇਖੋ ਦੋਸਤੋ ਕੀ ਹੈ। 6ਵਾਂ ਹੋ ਗਿਆ। 7ਵਾਂ ਦੋਸਤੋ CPR ਫੁੱਲ ਫਾਰਮ ਦੱਸੋ, ਠੀਕ ਹੈ। CPR ਦੀ ਫੁੱਲ ਫਾਰਮ ਦੱਸੋ। ਤਾਂ ਦੋਸਤੋ ਇਹਦਾ ਇਹ ਆ ਜਾਏਗਾ ਕਾਰਡੀਓ ਪੁਲਮੋਨਰੀ ਰੈਸੀਓਸਿਟੇਸ਼ਨ, ਠੀਕ ਹੈ। ਜੋ ਲਿਖਿਆ ਹੋਇਆ ਤੁਹਾਡਾ ਇੱਥੇ ਆ ਦੇਖੋ ਦੋਸਤੋ ਆਹੀ ਲਿਖਿਆ ਹੋਇਆ ਵਾ ਕਾਰਡੀਓ ਪੁਲਮੋਨਰੀ ਰੈਸੂਸਸੀਟੇਸ਼ਨ, ਠੀਕ ਹੈ ਜੀ। ਤਾਂ ਇਸ ਦਾ ਆਨਸਰ ਹੋ ਜਾਏਗਾ ਯਾਨੀ ਕਿ ਸੱਸਾ ਆਪਸ਼ਨ, ਠੀਕ ਹੈ ਜੀ। ਤੇ ਇੰਗਲਿਸ਼ ਮੀਡੀਅਮ ਵਾਲੇ ਵੀ ਆਪਣਾ ਦੇਖ ਲੈਣ, ਠੀਕ ਹੈ ਜੀ। ਤੁਹਾਡਾ ਵੀ ਸੇਮ ਇਹੀ ਆਏਗਾ ਇਹ ਵਾਲਾ, ਠੀਕ ਹੈ ਜੀ। ਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਦੇਖੋ ਕੀ ਹੈ। CPR ਕਦੋਂ ਕਰਨੀ ਚਾਹੀਦੀ ਹੈ, ਠੀਕ ਹੈ ਜੀ। ਤਾਂ 8ਵਾਂ ਪ੍ਰਸ਼ਨ ਹੈ ਨਾ। 8ਵੇਂ ਦਾ ਹੈ ਦੋਸਤੋ ਜਦੋਂ ਰੋਗੀ ਦੇ ਦਿਲ ਦੀ ਧੜਕਨ ਬੰਦ ਹੋਵੇ, ਠੀਕ ਹੈ ਜੀ। ਤਾਂ ਦੋਸਤੋ ਇਹ ਆਪਣਾ ਆ ਜਾਏਗਾ ਊੜਾ ਆਪਸ਼ਨ ਜਦੋਂ ਰੋਗੀ ਦੇ ਦਿਲ ਦੀ ਧੜਕਨ ਬੰਦ ਹੋਵੇ, ਠੀਕ ਹੈ ਜੀ। ਤੇ ਇੰਗਲਿਸ਼ ਮੀਡੀਅਮ ਵਾਲੇ ਆਪਣਾ ਦੇਖ ਲੈਣ, ਠੀਕ ਹੈ ਜੀ। ਇੰਗਲਿਸ਼ ਮੀਡੀਅਮ ਵਾਲੇ ਦਾ ਆ ਜਾਏਗਾ ਦੋਸਤੋ ਆ ਦੇਖੋ ਵੈਨ ਦਾ ਪੇਸ਼ੈਂਟ ਹਾਰਟ ਸਟਾਪ ਬੀਟਿੰਗ, ਠੀਕ ਹੈ ਜੀ। ਤਾਂ ਇਸ ਦਾ ਆਨਸਰ ਇਹ ਹੋ ਜਾਏਗਾ। ਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਦੇਖੋ ਕੀ ਹੈ। ਹਾਂਜੀ, ਇਹ ਹੋ ਗਿਆ ਹਾਂਜੀ। ਹੁਣ ਹੈ ਦੋਸਤੋ ਆਪਣਾ ਦੇਖੋ ਵਿਟਾਮਿਨ ਈ ਦੀ ਘਾਟ ਕਾਰਨ ਕੀ ਨੁਕਸਾਨ ਹੁੰਦਾ ਹੈ, ਠੀਕ ਹੈ ਜੀ। ਤਾਂ ਇਹਦਾ ਆਨਸਰ ਦੇਖੋ ਦੋਸਤੋ ਵਿਟਾਮਿਨ ਈ ਦੀ ਕਾਰਨ ਕਿਹੜਾ ਨੁਕਸਾਨ ਹੁੰਦਾ ਹੈ। ਤਾਂ ਦੋਸਤੋ ਇਹਦਾ ਆ ਜਾਏਗਾ ਆਪਣਾ ਇਹ ਵਾਲਾ ਔਰਤਾਂ ਵਿੱਚ ਦੋਸਤੋ ਜਿਹੜਾ ਹੈਗਾ ਵਾ ਬਾਂਝਪਨ ਰੋਗ ਹੋ ਜਾਂਦਾ ਹੈ। ਤੇ ਇੰਗਲਿਸ਼ ਦੇ ਵਿੱਚ ਇਨਫਰਟੀਲਿਟੀ ਅਕਰਸ ਇਨ ਵੂਮਨ, ਠੀਕ ਹੈ ਜੀ। ਤਾਂ 9ਵੇਂ ਦਾ ਆਨਸਰ ਦੋਸਤੋ ਕੀ ਹੋ ਜਾਏਗਾ? ਬਾਂਝਪਨ ਵਾਲਾ ਈਡੀ ਆਪਸ਼ਨ ਔਰਤਾਂ ਵਿੱਚ ਬਾਂਝਪਨ ਰੋਗ ਹੋ ਜਾਂਦਾ ਹੈ, ਠੀਕ ਹੈ ਜੀ। ਤੇ ਆਪਣਾ ਇੰਗਲਿਸ਼ ਮੀਡੀਅਮ ਵਾਲਾ ਵੀ ਦੇਖ ਲੈਣ ਦੋਸਤੋ। ਆ ਦੇਖੋ ਦੋਸਤੋ ਕੀ ਹੈ ਇਨਫਰਟੀਲਿਟੀ ਅਕਰਸ ਇਨ ਵੂਮਨ। ਤਾਂ ਇਹ ਇਸ ਦਾ ਆਨਸਰ ਹੋ ਜਾਏਗਾ।
अगला दोस्तों प्रश्न देखो की है। हाँ जी, अगला है अपना, हाँ जी, तो किहड़ा सीगा 10वां प्रश्न, अष्टांग योग किहड़े ऋषि द्वारा लिखिया गया है। तो दोस्तों ये पतंजलि ऋषि के द्वारा लिखिया गया वा, जिवें कि तुसीं हाल देख भी सकते हो। इंग्लिश मीडियम वाले अपना देख लैन पतंजलि ऋषि, पंजाबी वाले अपना देख लैन पतंजलि ऋषि, ठीक है जी। तो इंग्लिश मीडियम वाले का क्वेश्चन भी दिखा देने एक बार, आ देखो, ठीक है। अष्टांग योगा वाज रिटन बाय जिहड़ा हैगा दोस्तों अपना पतंजलि ऋषि इज़ द राइट आंसर आ जाएगा। तो हुण दोस्तों अपना अगला प्रश्न देखो की है। हाँ जी, तो अगला प्रश्न है अपना, हाँ जी, आ देखो, अष्टांग ਜਿਹੜੇ ਹੈਗੇ ਆ योग ਦੇ ਕਿੰਨੇ अंग ਹਨ, ठीक है जी। तो 11वां प्रश्न आ, 11वें ਦਾ आंसर ਤੁਸੀਂ देख सकते हो 8, यानी कि 8 ਜਿਹੜੇ ਹੈਗੇ ਆ, ठीक है जी। तो ਇਹਦਾ आंसर दोस्तों ਜਿਹੜਾ ਹੈਗਾ सस्ता ऑप्शन यानी कि 8 आ जाएगा। तो इसी तरह दोस्तों अपना ये इंग्लिश मीडियम वाले देख लैन 8 ਜਿਹੜਾ ਹੈਗਾ दोस्तों पार्ट्स आ जाएंगे, ठीक है। तो हुण दोस्तों अपना अगला प्रश्न देखो की है। हाँ जी, तो अगला है दोस्तों अपना की 12वां प्रश्न, खेडां दे विच अनुशासन की कोई ਜ਼ਰੂਰਤ नहीं ਹੁੰਦੀ है, क्यों बई नहीं ਹੁੰਦੀ, क्यों नहीं ਹੁੰਦੀ, ਹੁੰਦੀ है, ਇਹ गलत लिखा होया है दोस्तों, ठीक है जी। तो हाँ ਹੁੰਦੀ है, ਇਹ मतलब दोस्तों ਹੁਣ ਤੁਸੀਂ ਦੋ ਤਰੀਕੇ ਨਾਲ ਸਮਝ ਸਕਦੇ ਹੋ ਇਸ ਕੁਐਸਚਨ ਨੂੰ। ਤਾਂ ਦੇਖੋ ਕੀ ਪੁੱਛਿਆ ਇਹਦੇ ਵਿੱਚ, ਖੇਡਾਂ ਵਿੱਚ ਅਨੁਸ਼ਾਸਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਹੈ। ਅਗਰ ਇੱਥੇ ਟਰੂ ਫਾਲਸ ਪੁੱਛਣ ਤਾਂ ਆਪਾਂ ਕਹਾਂਗੇ ਇਹ ਕੀ ਹੈ, ਫਾਲਸ ਹੈ, ਕਿਉਂਕਿ ਦੋਸਤੋ ਨਹੀਂ ਹੁੰਦੀ ਹੈ, ਨਹੀਂ मतलब ਇੱਥੇ ਸਿਰਫ ਇਹ ਨਹੀਂ ਹੋਣਾ ਸੀਗਾ, ਸਿਰਫ ਇੱਥੇ मतलब ਹੁੰਦੀ ਹੈ, ਜ਼ਰੂਰਤ ਹੁੰਦੀ ਹੈ। ਤਾਂ ਇਹਦਾ ਆਨਸਰ ਦੋਸਤੋ ਕੀ ਹੋਣਾ ਸੀਗਾ, ਇਹ ਸਹੀ ਆ, ਠੀਕ ਹੈ, ਸਟੇਟਮੈਂਟ ਆਪਣੀ मतलब ਇੱਥੇ ਇਹ ਨਹੀਂ ਹੋਣਾ ਚਾਹੀਦਾ ਵਾ, ਇਹਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ। ਤਾਂ ਹੁਣ ਆਲ ਓਵਰ ਜੇ ਗੱਲ ਕੀਤੀ ਜਾਏ ਤਾਂ ਦੋਸਤੋ ਇਹਦੇ ਵਿੱਚ ਪੁੱਛਿਆ ਵਾ ਕਿ ਖੇਡਾਂ ਵਿੱਚ ਅਨੁਸ਼ਾਸਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਹੈ। ਤਾਂ ਦੋਸਤੋ ਇੱਥੇ ਆਪਾਂ ਨਹੀਂ ਵਾਲਾ ਸ਼ਾਇਦ ਨਹੀਂ ਲਾਵਾਂਗੇ, ਆਪਾਂ ਲਾਵਾਂਗੇ ਕਿ ਹਾਂ, ਠੀਕ ਹੈ ਜੀ, ਇਹ ਨਹੀਂ ਹੁੰਦੀ ਹੈ, मतलब ਹੁੰਦੀ ਹੈ, ਠੀਕ ਹੈ ਜੀ। ਤਾਂ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਕਿ ਇਹਦੇ ਵਿੱਚ ਕੀ ਆਏਗਾ ਆਨਸਰ, ਠੀਕ ਹੈ। ਮੈਨੂੰ ਤਾਂ ਲੱਗਦਾ ਇਹਦਾ ਆਨਸਰ ਦੋਸਤੋ ਜਿਹੜਾ ਹੈਗਾ ਵਾ मतलब नहीं ਹੁੰਦੀ ਹੈ ਲਿਖਿਆ ਨਾ, बट मेरे हिसाब नाल कि सारे के हिसाब नाल अनुशासन की बहुत ही ज़्यादा जरूरत होंगी है, जिवें तुसीं इत्थे भी देख सकते हो, ठीक है जी। अनुशासन जरूरत है, हाँ होनी चाहिए अनुशासन, नीड फॉर डिसिप्लिन, यस ये होना चाहिए। अगर तुहानूं लगदा कि ट्रू फॉल्स के अकॉर्डिंग जिहड़ा करना वा तां फिर दोस्तों जिहड़ा हैगा वा उस अकॉर्डिंग भी दस सकते हो। अगर तुहानूं हाँ या ना दे विच करना वा तां उस तरह भी तुसीं इसनूं देख सकते हो। तो मेरे अकॉर्डिंग दोस्तों ये स्टेटमेंट ही गलत आ, क्योंकि दोस्तों देखो स्टेटमेंट जरूरत नहीं हुंदी है लिखिया वा, ठीक है जी। तो इत्थे दोस्तों जरूरत कल्ली हुंदी है, इस तरह लिखना सी इन्हां ने। तो 12वां प्रश्न दोस्तों अपना इंग्लिश मीडियम वाले भी देख लो, देर इज़ नो नीड फॉर डिसिप्लिन इन स्पोर्ट, क्यों नीड नहीं हैगी बई, हैगी या नीड आपां नूं ये नहीं होना चाहिए इत्थे, ठीक है जी। तो ये आंसर हो गया। तो हुण दोस्तों अपना अगला प्रश्न देखो की है, घुमा फिरा के दोस्तों उन्होंने क्वेश्चन पूछा है। चलो देखते हैं अगे दोस्तों की है, योग विच आसन शरीर नूं मजबूत बनाउण लई किते जांदे हन, योग विच आसन शरीर नूं मजबूत बनाउण लई किते जांदे हन। तो बिल्कुल हाँ दोस्तों किते जांदे हन, जिवें कि तुसीं इसदा आंसर भी देख सकते हो, ठीक है जी। हाँ यस यस, ठीक है जी। तो इंग्लिश मीडियम वाले अपना प्रश्न नूं देख लैन, आ देखो दोस्तों इंग्लिश मीडियम वाले अपना देख लैन, आसन इन योग आर डन टू स्ट्रेंथन द बॉडी। तो दोस्तों यस इज द आंसर आ जाएगा। अगला दोस्तों प्रश्न की है अपना, हाँ जी, तो अगला देखो दोस्तों इत्थे ਸਾਹ ਕੰਟਰੋਲ ਜਿਹੜਾ ਹੈਗਾ ਦੋਸਤੋ ਸਾਹ, ਹਾਂਜੀ ਸਾਹ ਤੇ ਕੰਟਰੋਲ ਕਰਨ ਨੂੰ ਡੈਸ਼ ਕਹਿੰਦੇ ਹਨ, ਠੀਕ ਹੈ ਜੀ। ਤਾਂ ਦੋਸਤੋ ਇਸ ਨੂੰ ਕੀ ਕਹਿੰਦੇ ਹਨ, ਤਾਂ ਇਸ ਨੂੰ ਦੋਸਤੋ ਦੇਖ ਸਕਦੇ ਹੋ ਪ੍ਰਾਣਾਯਾਮ ਕਹਿੰਦੇ ਹਨ। ਤੇ ਇੰਗਲਿਸ਼ ਦੇ ਵਿੱਚ ਵੀ ਦੇਖ ਲਓ ਪ੍ਰਾਣਾਯਾਮ, ਠੀਕ ਹੈ, ਜਿਸ ਨੂੰ ਕਹਿੰਦੇ ਹਨ। ਤੇ ਇੱਥੇ ਆਪਣਾ ਇੰਗਲਿਸ਼ ਮੀਡੀਅਮ ਵਾਲੇ ਵੀ ਦੇਖ ਲੈਣ, ਆ ਦੇਖੋ ਦੋਸਤੋ ਬਰੀਥਿੰਗ ਕੰਟਰੋਲ ਇਜ਼ ਕਾਲਡ ਪ੍ਰਾਣਾਯਾਮ, ਠੀਕ ਹੈ ਜੀ। ਤਾਂ ਇਹ ਆंसर ਹੋ ਜਾਏਗਾ। ਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਦੇਖੋ ਕੀ ਹੈ कि बई नशे करने वाले खिडारी अपने नाल दे साथियों नाल लड़ते रहते हैं। तो बिल्कुल दोस्तों हाँ लड़ते रहते हैं, नशे करने नाल साडा शरीर अंदरलों खोखला हो जाता है। तो बिल्कुल हाँ दोस्तों, हाँ 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 इसका आंसर आ जाएगा, जिवें कि तुसीं देख सकते हो, हाँ हाँ यस यस, ठीक है जी। तो इंग्लिश मीडियम वाले भी अपना प्रश्न देख लें दोस्तों, आ देखो दोस्तों यस यस, ठीक है जी। तो इसका आंसर ये आ जाएगा, ठीक है जी दोस्तों। मतलब आही क्वेश्चन है, ड्रग एडिक्ट्स फाइट बिटवीन देयर पीयर्स। तो यस डस टेकिंग ड्रग्स में कवर बॉडी हॉलो इनसाइड। तो यस, ठीक है जी। तो ये खोखले बना दिंदा वा। तो इसका आंसर ये वाला हो जाएगा। तो हुण दोस्तों अपना अगला प्रश्न देखते हैं। अगला प्रश्न की है इत्थे, हाँ जी, भाग ईड़ी आ, भाग ईड़ी तो पहला शायद अपना भाग आड़ा होगा, हाँ भाग आड़ा। तो देखो ये की है प्रश्न, विटामिन सी की घाट के कोई दो नुकसान जोड़ा है वा दसो, ठीक है जी। इंग्लिश मीडियम वाले भी अपना देख लैन की है तुहाडा प्रश्न। तो तुहाडा प्रश्न हैगा वा इत्थे, वट आर द टू डिसएडवांटेजेस ऑफ विटामिन सी डेफिशिएंसी, ठीक है जी। तो दोस्तों चलो आप दोनों के ही देखांगे। तो देखो दोस्तों की है, हाँ जी, विटामिन सी की जी है घाट के नाल नुकसान, विटामिन सी की घाट नाल दोस्तों जो है वा शक्कर वरी का रोग हो जाता है।
ਤੇ ਹੱਥਾਂ ਪੈਰਾਂ ਵਿੱਚ ਨਾ ਦਰਦ ਅਤੇ ਸੋਜ ਆ ਜਾਂਦੀ ਹੈ, ਹੱਡੀਆਂ ਦਾ ਨਿਰਮਾਣ ਅਤੇ ਵਿਕਾਸ ਰੁਕ ਜਾਂਦਾ ਹੈ, ਹੱਡੀਆਂ ਵਿੰਗੀਆਂ ਟੇਢੀਆਂ ਹੋ ਜਾਂਦੀਆਂ ਹਨ, ਜ਼ਖਮ ਨਹੀਂ ਭਰਦੇ, ਜ਼ਖਮਾਂ ਵਿੱਚ ਲਹੂ ਜਿਹੜਾ ਹੈਗਾ ਦੋਸਤੋ ਸਿਮਦਾ ਰਹਿੰਦਾ ਹੈ, ਦੰਦ ਕਮਜ਼ੋਰ ਹੋ ਜਾਂਦੇ ਹਨ। ਇੰਗਲਿਸ਼ ਮੀਡੀਅਮ ਵਾਲੇ ਵੀ ਆਪਣਾ ਦੇਖ ਲੈਣ ਡੈਫੀਸ਼ੀਐਂਸੀ ਆਫ ਵਿਟਾਮਿਨ ਸੀ ਕਾਊਜ਼, ਤਾਂ ਇਹ ਤੁਸੀਂ ਖੁਦ ਹੀ ਪੜ੍ਹਨਾ ਵਾ, ਇਹ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਸਮਝਾ ਦਿੱਤਾ ਵਾ ਕਿ ਕੀ ਆ, ਠੀਕ ਹੈ ਜੀ। ਤਾਂ ਇੰਗਲਿਸ਼ ਮੀਡੀਅਮ ਵਾਲਾ ਆਪਣਾ ਆਨਸਰ ਇਸ ਨੂੰ ਰੀਡ ਕਰ ਲੈਣ, ਠੀਕ ਹੈ ਜੀ। ਤੇ ਹੁਣ ਦੋਸਤੋ ਚਲੋ ਅਗਲਾ ਪ੍ਰਸ਼ਨ ਦੇਖਦੇ ਹਾਂ ਕੀ ਹੈ। ਵਿਟਾਮਿਨ ਸੀ ਦੀ ਡੈਫੀਸ਼ੀਐਂਸੀ ਹੋ ਗਈ ਸੀਗੀ, ਤੇ ਹੁਣ ਦੋਸਤੋ ਆਪਣਾ 18ਵਾਂ ਪ੍ਰਸ਼ਨ ਹੈ। ਇੰਗਲਿਸ਼ ਮੀਡੀਅਮ ਵਾਲੇ ਦੇਖ ਲੈਣ ਐਕਸਪਲੇਨ ਦਾ ਮੀਨਿੰਗ ਆਫ ਯੋਗਾ, ਠੀਕ ਹੈ ਜੀ। ਇਸੇ ਤਰ੍ਹਾਂ ਦੋਸਤੋ ਪੰਜਾਬੀ ਮੀਡੀਅਮ ਵਾਲੇ ਆਪਣਾ ਪ੍ਰਸ਼ਨ ਨੂੰ ਦੇਖ ਲੈਣ ਕੀ ਲਿਖਿਆ ਆਪਣਾ, ਯੋਗ ਦਾ ਅਰਥ ਦੱਸੋ, ਠੀਕ ਹੈ ਜੀ। ਤਾਂ ਦੇਖੋ ਦੋਸਤੋ ਆਨਸਰ ਇਸ ਦਾ ਆਏਗਾ ਯੋਗ ਦਾ ਅਰਥ, ਦੇਖੋ ਭਾਰਤ ਦੇ ਵਿਦਵਾਨਾਂ ਨੇ ਆਤਮ ਸ਼ਕਤੀ ਰਾਹੀਂ ਸੰਸਾਰ ਨੂੰ ਯੋਗ ਵਿਗਿਆਨ ਤੋਂ ਜਾਣੂ ਕਰਵਾਇਆ ਅਤੇ ਉਹਨਾਂ ਵਿੱਚ ਦੱਸਿਆ ਕਿ ਮਨੁੱਖ ਦਾ ਸਰੀਰ ਅਤੇ ਜਿਹੜਾ ਹੈਗਾ ਦੋਸਤੋ ਮਨ ਵੱਖਰੇ ਹਨ, ਠੀਕ ਹੈ, ਜੋ ਕਿ ਉਸ ਨੂੰ ਅਲੱਗ-ਅਲੱਗ ਦਿਸ਼ਾ ਵੱਲ ਖਿੱਚਦੇ ਹਨ, ਜਿਸ ਕਰਕੇ ਮਨੁੱਖ ਦੀਆਂ ਸਰੀਰਕ ਅਤੇ ਮਾਨਸਿਕ ਸ਼ਕਤੀਆਂ ਦਾ ਵਿਕਾਸ ਰੁਕ ਜਾਂਦਾ ਹੈ। ਸਰੀਰ ਅਤੇ ਮਨ ਨੂੰ ਇਕਾਗਰ ਕਰਕੇ ਪਰਮਾਤਮਾ ਨਾਲ ਇਕਮਿਕ ਹੋਣਾ ਦਾ ਰਸਤਾ ਦੱਸਿਆ, ਜਿਸ ਨੂੰ ਦੋਸਤੋ ਯੋਗ ਦੇ ਨਾਲ ਜਿਹੜਾ ਹੈਗਾ ਵਾ ਯੋਗ ਦੇ ਨਾਮ ਨਾਲ ਜਿਹੜਾ ਹੈਗਾ ਜਾਣਿਆ ਜਾਂਦਾ ਹੈ, ਠੀਕ ਹੈ ਜੀ। ਤੇ ਇਸੇ ਤਰ੍ਹਾਂ ਦੋਸਤੋ ਇੰਗਲਿਸ਼ ਮੀਡੀਅਮ ਵਾਲੇ ਦੇਖ ਲੈਣ ਵਟ ਡੂ ਯੂ ਮੀਨ ਬਾय ਯੋਗਾ, ਇਸ ਦਾ ਆਨਸਰ ਦੋਸਤੋ ਆਹ ਦਿੱਤਾ ਹੋਇਆ ਵਾ, ਠੀਕ ਹੈ ਜੀ। ਤਾਂ ਇਹ ਤੁਹਾਡਾ ਆਨਸਰ ਹੋ ਗਿਆ ਇੰਗਲਿਸ਼ ਮੀਡੀਅਮ ਵਾਲੇ ਦਾ। ਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ 19ਵਾਂ ਪ੍ਰਸ਼ਨ ਕੀ ਹੈ ਕਿ ਮੁੱਢਲੇ ਸਹਾਇਕ ਦੇ ਕੋਈ 2 ਗੁਣ ਲਿਖੋ, ਠੀਕ ਹੈ ਜੀ। ਤੇ ਇੰਗਲਿਸ਼ ਮੀਡੀਅਮ ਵਾਲੇ ਆਪਣਾ ਪ੍ਰਸ਼ਨ ਨੂੰ ਦੇਖ ਲੈਣ, ਠੀਕ ਹੈ ਜੀ। ਇਹੀ ਸੀ ਨਾ ਆਪਣਾ ਪ੍ਰਸ਼ਨ, ਸੌਰੀ ਆਪਾਂ ਉੱਪਰ ਆ ਗਿਆ ਜ਼ਿਆਦਾ, ਆਹ ਵਾਲਾ ਪ੍ਰਸ਼ਨ ਸੀਗਾ। ਰਾਈਟ ਐਨੀ 2 ਫੀਚਰਸ ਫਸਟ ਏਡਰ ਬੇਸਿਕ ਅਸਿਸਟੈਂਟ, ਠੀਕ ਹੈ ਜੀ। ਤਾਂ ਚਲੋ ਦੇਖਦੇ ਹਾਂ ਇਸ ਦਾ ਆਨਸਰ ਕੀ ਹੈ। ਮੁੱਢਲੇ ਸਹਾਇਕ ਦੇ ਗੁਣ ਲਿਖੋ, ਤਾਂ ਦੇਖੋ ਦੋਸਤੋ ਮੁੱਢਲੇ ਸਹਾਇਕ ਦੇ ਗੁਣ ਕੀ ਨੇ, ਤਾਂ ਦੇਖੋ ਇਹਦੇ ਵਿੱਚ ਆਪਾਂ ਨੂੰ 2 ਪੁੱਛਿਆ ਹੋਇਆ ਸੀਗਾ। ਮੁੱਢਲੇ ਸਹਾਇਕ ਦੋਸਤੋ ਬੜਾ ਹੀ ਸਮਝਦਾਰ ਅਤੇ ਹੁਸ਼ਿਆਰ ਹੋਣਾ ਚਾਹੀਦਾ ਹੈ, ਠੀਕ ਹੈ ਜੀ। ਮੁੱਢਲਾ ਸਹਾਇਕ ਬੜਾ ਹੀ ਸਮਝਦਾਰ ਅਤੇ ਹੁਸ਼ਿਆਰ ਹੋਣਾ ਚਾਹੀਦਾ ਹੈ, ਜਿਸ ਨੂੰ ਦੂਸਰਿਆਂ ਦੀ ਸੇਵਾ ਕਰਨ ਤੇ ਸੁੱਖ ਮਿਲੇ ਅਤੇ ਆਪਣਾ ਕੰਮ ਫਰਜ਼ ਸਮਝ ਕੇ ਕਰੇ, ਠੀਕ ਹੈ। ਮੁੱਢਲੇ ਸਹਾਇਕ ਬੜਾ ਹੀ ਚੁਸਤ ਹੋਣਾ ਚਾਹੀਦਾ ਹੈ, ਉਸ ਵਿੱਚ ਜ਼ਖਮੀ ਆਦਮੀ ਦੀ ਲੱਗੀ ਹੋਈ ਸੱਟ ਨੂੰ ਸਮਝਣ ਦੀ ਯੋਗਤਾ ਹੋਵੇ, ਠੀਕ ਹੈ ਜੀ। ਤਾਂ ਇੰਗਲਿਸ਼ ਮੀਡੀਅਮ ਵਾਲੇ ਦੇਖ ਲੈਣ ਰਾਈਟ ਦਾ ਕੁਆਲਿਟੀਜ਼ ਆਫ ਫਸਟ ਏਡਰ, ਠੀਕ ਹੈ। ਤਾਂ ਦੇਖੋ ਆਹ ਵਾਲਾ ਪੁਆਇੰਟ ਤੁਹਾਡਾ ਦਿੱਤਾ ਹੋਇਆ ਵਾ, ਤੁਸੀਂ ਇਸ ਨੂੰ ਰੀਡ ਕਰ ਲਓ, ਠੀਕ ਹੈ ਜੀ। ਤੇ ਦੋਸਤੋ ਇੱਕ ਹੋਰ ਤੁਸੀਂ ਕੰਮ ਕਰੋ, ਹਾਂ ਜਿਹੜੇ ਮੈਂ ਕੁਐਸਚਨ ਤੁਹਾਨੂੰ ਇੰਗਲਿਸ਼ ਮੀਡੀਅਮ ਵਾਲਿਆਂ ਨੂੰ ਦਿਖਾ ਰਿਹਾ ਵਾ ਨਾ, ਤਾਂ ਤੁਸੀਂ ਇੱਕ ਵਾਰ ਹੀ ਦੇਖ ਲਓ ਆਪਣੇ ਪ੍ਰਸ਼ਨ, ਜਿਵੇਂ ਕਿ ਆਹ ਤਾਂ ਚਲੋ ਹੋ ਗਿਆ, ਆਹ ਦੇਖ ਲਓ ਵਟ ਇਜ਼ ਮੀਨ ਬਾय ਫਸਟ ਏਡ ਲਿਖਿਆ ਹੋਇਆ ਵਾ, ਠੀਕ ਹੈ ਜੀ, ਠੀਕ ਹੈ। ਤੇ ਉਸ ਤੋਂ ਬਾਅਦ ਆਪਣਾ ਕੀ ਆ 2 ਵੇਜ਼ ਆਫ ਕੁਕਿੰਗ ਫੂਡ, ਵਟ ਇਜ਼ ਦਾ ਟਾਈਪ ਆਫ ਡਿਸਿਪਲਿਨ। ਤਾਂ ਹੁਣ ਦੋਸਤੋ ਮੈਂ ਬਾਰ-ਬਾਰ ਉੱਪਰ ਨਹੀਂ ਆਊਂਗਾ, ਆਪਾਂ ਸਿੱਧਾ ਹੀ ਕੁਐਸਚਨ ਕਰਾਂਗੇ ਇੰਗਲਿਸ਼ ਮੀਡੀਅਮ ਵਾਲਿਆਂ ਦਾ, ਤੁਹਾਨੂੰ ਮੈਂ ਸਿੱਧਾ ਹੀ ਆਨਸਰ ਦਿਖਾ ਦੂੰਗਾ, ਕਿਉਂਕਿ ਜਿਹੜੇ ਕੁਐਸਚਨ ਇੰਗਲਿਸ਼ ਮੀਡੀਅਮ ਦੇ ਨੇ ਉਹ ਇੱਥੇ ਥੱਲੇ ਜਿਹੜੇ ਹੈਗੇ ਪੰਜਾਬੀ ਮੀਡੀਅਮ ਵਿੱਚ ਵੀ ਸੇਮ ਨੇ, ਠੀਕ ਹੈ ਜੀ। ਤਾਂ ਦੋਸਤੋ ਤੁਸੀਂ ਆਪਣੇ ਕੁਐਸਚਨ ਇੰਗਲਿਸ਼ ਮੀਡੀਅਮ ਵਾਲੇ ਨੇ ਦੇਖ ਲਏ ਹੋਣੇ, ਆਪਾਂ ਸਿੱਧਾ ਹੁਣ ਪੰਜਾਬੀ ਦਾ ਪੜ੍ਹ ਕੇ ਤੁਹਾਨੂੰ ਸਿੱਧਾ ਤੁਹਾਡੇ ਆਨਸਰ ਵੀ ਦਿਖਾ ਦਿਆ ਕਰਾਂਗੇ ਇੰਗਲਿਸ਼ ਮੀਡੀਅਮ ਵਿੱਚ। ਤਾਂ ਦੇਖੋ ਦੋਸਤੋ ਕੀ ਹੁਣ ਪ੍ਰਸ਼ਨ ਮੁੱਢਲੀ ਸਹਾਇਤਾ ਤੋਂ ਕੀ ਭਾਵ ਹੈ, ਠੀਕ ਹੈ ਜੀ। ਤਾਂ ਦੇਖੋ ਦੋਸਤੋ ਆਨਸਰ ਮੁੱਢਲੀ ਸਹਾਇਤਾ ਤੋਂ ਕੀ ਭਾਵ ਹੈ, ਮੁੱਢਲੀ ਸਹਾਇਤਾ ਤੋਂ ਭਾਵ ਉਸ ਸਹਾਇਤਾ ਤੋਂ ਹੈ ਜਦੋਂ ਕਿਸੇ ਰੋਗੀ ਜਾਂ ਫਿਰ ਬਿਮਾਰ ਬੇਹੋਸ਼ ਵਿਅਕਤੀ ਜਾਂ ਫਿਰ ਦੁਰਘਟਨਾ ਸਮੇਂ ਡਾਕਟਰ ਦੇ ਆਉਣ ਤੋਂ ਪਹਿਲਾਂ ਵਿਅਕਤੀ ਨੂੰ ਦਿੰਦੇ ਹਨ। ਤਾਂ ਇਸੇ ਤਰ੍ਹਾਂ ਦੋਸਤੋ ਇੰਗਲਿਸ਼ ਮੀਡੀਅਮ ਵਾਲੇ ਦਾ ਆਪਣਾ ਆਨਸਰ ਦੇਖ ਲੈਣ ਵਟ ਇਜ਼ ਫਸਟ ਏਡ, ਠੀਕ ਹੈ। ਤਾਂ ਤੁਹਾਡਾ ਆਨਸਰ ਇਹ ਰਿਹਾ, ਠੀਕ ਹੈ ਜੀ। ਤਾਂ ਇਹ ਆਨਸਰ ਹੋ ਗਿਆ। ਤੇ ਅਗਲਾ ਪ੍ਰਸ਼ਨ ਦੋਸਤੋ ਕੀ ਹੈ, ਭੋਜਨ ਪਕਾਉਣ ਦੇ 2 ਢੰਗ ਬਾਰੇ ਦੱਸੋ। ਤਾਂ ਦੋਸਤੋ ਦੇਖੋ ਆਨਸਰ ਕੀ ਹੈ, ਭੋਜਨ ਪਕਾਉਣ ਦੇ ਢੰਗ, ਤਾਂ ਦੇਖੋ ਸਭ ਤੋਂ ਪਹਿਲਾਂ ਹੈ ਉਬਾਲਣਾ, ਤਾਪ ਦੁਆਰਾ ਜਿਹੜਾ ਹੈਗਾ ਵਾ ਇਹ ਢੰਗ ਨੇ, ਠੀਕ ਹੈ, ਇਹ ਧਿਆਨ ਦੇ ਰੱਖਿਓ। ਭਾਫ ਦੁਆਰਾ ਪਕਾਉਣਾ, ਠੀਕ ਹੈ ਜੀ, ਭੁੰਨਣਾ ਤੇ ਆਪਣਾ ਤੁਲਣਾ, ਠੀਕ ਹੈ ਜੀ। ਤਾਂ ਇਹ ਇਸਦਾ ਆਨਸਰ ਹੋ ਗਿਆ। ਤੇ ਇੰਗਲਿਸ਼ ਦੇ ਵਿੱਚ ਦੇਖ ਲਓ ਮੈਥਡਸ ਆਫ ਕੁਕਿੰਗ ਫੂਡ, ਬੋਇਲਿੰਗ, ਕੁਕਿੰਗ ਵਿਦ ਸਟੀਮ, ਰੋਸਟਿੰਗ, ਫਰਾਈਂਗ, ਠੀਕ ਹੈ ਜੀ। ਤਾਂ ਇਹ ਆਨਸਰ ਹੋ ਗਿਆ, ਕਿਉਂਕਿ ਦੋਸਤੋ ਆਹੀ ਜਿਹੜੇ ਪ੍ਰਸ਼ਨ ਨੇ ਇੰਗਲਿਸ਼ ਮੀਡੀਅਮ ਵਾਲਿਆਂ ਦੇ ਵੀ ਥੱਲੇ ਦਿੱਤੇ ਹੋਏ ਹਨ, ਤਾਂ ਮੈਂ ਬਾਰ-ਬਾਰ ਥੱਲੇ ਨਹੀਂ ਜਾਊਂਗਾ, ਤੁਸੀਂ ਇੱਕ ਵਾਰ ਤੁਹਾਨੂੰ ਮੈਂ ਦਿਖਾਈ ਦਿੱਤਾ ਸੀ। ਅੱਗੇ ਹੈ ਦੋਸਤੋ ਅਨੁਸ਼ਾਸਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ, ਨਾਮ ਲਿਖੋ, ਠੀਕ ਹੈ ਜੀ। ਤਾਂ ਦੇਖੋ ਦੋਸਤੋ ਅਨੁਸ਼ਾਸਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ, ਤਾਂ ਅਨੁਸ਼ਾਸਨ 2 ਪ੍ਰਕਾਰ ਦਾ ਹੁੰਦਾ ਹੈ, ਠੀਕ ਹੈ ਜੀ। ਤਾਂ ਸਵੈ ਅਨੁਸ਼ਾਸਨ ਤੇ ਜਬਰੀ ਜਾਂ ਫਿਰ ਠੋਸਿਆ ਹੋਇਆ ਅਨੁਸ਼ਾਸਨ। ਤੇ ਦੋਸਤੋ ਇਹ ਸੈਲਫ ਡਿਸਪਲਿਨ ਨੂੰ ਆਪਾਂ ਅੰਦਰੂਨੀ ਡਿਸਾਸ਼ਨ ਵੀ ਕਹਿ ਸਕਦੇ ਹਾਂ, ਤੇ ਆਹ ਜਿਹੜਾ ਜਬਰੀ ਆ ਇਸ ਨੂੰ ਦੋਸਤੋ ਜਿਹੜਾ ਹੈਗਾ ਵਾ ਬਾਹਰੀ ਅਨੁਸ਼ਾਸਨ ਵੀ ਕਹਿ ਸਕਦੇ ਹਾਂ, ਠੀਕ ਹੈ ਜੀ। ਤਾਂ ਇਹ ਇਸਦਾ ਆਨਸਰ ਹੋ ਜਾਏਗਾ। ਤੇ ਇੰਗਲਿਸ਼ ਮੀਡੀਅਮ ਵਾਲੇ ਦੇਖ ਲੈਣ ਵਾਟ ਆਰ ਦਾ ਟਾਈਪਸ ਆਫ ਡਿਸਿਪਲਿਨ, ਸੈਲਫ ਡਿਸਿਪਲਿਨ, ਫੋਰਸ ਡਿਸਿਪਲਿਨ ਔਰ ਕਮਾਂਡਡ ਡਿਸਿਪਲਿਨ। ਤਾਂ ਇਹ ਇਸਦਾ ਆਨਸਰ ਹੋ ਜਾਏਗਾ। ਤੇ ਹੁਣ ਦੋਸਤੋ ਭਾਗ ਈਡੀ ਹੈ, ਤਾਂ ਭਾਗ ਈਡੀ ਦੇ ਦੋਸਤੋ ਜਿਹੜੇ ਪ੍ਰਸ਼ਨ ਨੇ ਜਿਵੇਂ ਕਿ ਆਹ 23ਵਾਂ 24ਵਾਂ 25ਵਾਂ 26ਵਾਂ, ਠੀਕ ਹੈ। ਤਾਂ ਇਹ ਪ੍ਰਸ਼ਨ ਦੋਸਤੋ ਇੰਗਲਿਸ਼ ਮੀਡੀਅਮ ਵਾਲੇ ਵੀ ਆਪਣਾ ਇਹ ਇੱਕ ਵਾਰ ਦੇਖ ਲੈਣ, ਆਪਾਂ ਬਾਰ-ਬਾਰ ਥੱਲੇ ਨਹੀਂ ਆਵਾਂਗੇ। 23ਵਾਂ 24ਵਾਂ 25ਵਾਂ 26ਵਾਂ, ਠੀਕ ਹੈ। ਆਹ ਤੁਹਾਡੇ ਕੁਐਸਚਨ ਜਿਹੜੇ ਹੈਗੇ ਆ ਇਹ ਸੇਮ ਹੀ ਨੇ ਉੱਪਰ ਪੰਜਾਬੀ ਮੀਡੀਅਮ ਵਾਲਾ ਦਾ, ਤਾਂ ਤੁਸੀਂ ਇੱਕ ਵਾਰ ਦੇਖ ਲਓ ਇਹਨਾਂ ਨੂੰ, ਆਪਾਂ ਬਾਰ-ਬਾਰ ਥੱਲੇ ਨਹੀਂ ਆਵਾਂਗੇ, ਬਸ ਤੁਹਾਨੂੰ ਮੈਂ ਦਿਖਾ ਦਿੱਤਾ, ਠੀਕ ਹੈ ਜੀ। ਹੁਣ ਆਪਾਂ ਸਿੱਧਾ ਆਨਸਰ ਤੁਹਾਡੇ ਦਿਖਾ ਦਿਆਂਗੇ, ਠੀਕ ਹੈ। ਤਾਂ ਦੇਖੋ ਦੋਸਤੋ ਭਾਗ ਈਡੀ ਦੇ ਵਿੱਚ ਸਭ ਤੋਂ ਪਹਿਲਾ ਪ੍ਰਸ਼ਨ ਕੀ ਹੈ, ਅੰਦਰੂਨੀ ਅਤੇ ਬਾਹਰੀ ਅਨੁਸ਼ਾਸਨ ਬਾਰੇ ਲਿਖੋ, ਠੀਕ ਹੈ ਜੀ। ਤਾਂ ਦੇਖੋ ਦੋਸਤੋ ਅੰਦਰੂਨੀ ਅਨੁਸ਼ਾਸਨ ਉਹ ਅਨੁਸ਼ਾਸਨ ਹੁੰਦਾ ਹੈ ਜੋ ਵਿਦਿਆਰਥੀ ਦੇ ਅੰਦਰੋਂ ਆਪਣੇ ਆਪ ਨੂੰ ਉਪਜਦਾ ਹੈ। ਵਿਦਿਆਰਥੀ ਆਪਣੇ ਭਵਿੱਖ ਨੂੰ ਉਜਵਲ ਬਣਾਉਣ ਲਈ ਆਪਣੇ ਆਪ ਹੀ ਅਨੁਸ਼ਾਸਨ ਵਿੱਚ ਰਹਿਣ ਦੀ ਆਦਤ ਪਾ ਲੈਂਦਾ ਹੈ। ਅਜਿਹਾ ਅਨੁਸ਼ਾਸਨ ਸਥਾਈ ਹੁੰਦਾ ਹੈ ਜੇਕਰ ਦੋਸਤੋ ਵਿਦਿਆਰਥੀ ਵਿੱਚ ਇਸ ਤਰ੍ਹਾਂ ਦਾ ਅਨੁਸ਼ਾਸਨ
ਪੈਦਾ ਹੋ ਜਾਵੇ ਤਾਂ ਇਸ ਦੇ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ, ਜਿਸ ਨੂੰ ਆਪਾਂ ਸੈਲਫ ਡਿਸਿਪਲਿਨ ਵੀ ਕਹਿੰਦੇ ਹਾਂ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ। ਤੇ ਹੁਣ ਦੂਸਰਾ ਹੈਗਾ ਦੋਸਤੋ ਬਾਹਰੀ ਅਨੁਸ਼ਾਸਨ। ਬਾਹਰੀ ਅਨੁਸ਼ਾਸਨ ਉਹ ਅਨੁਸ਼ਾਸਨ ਹੁੰਦਾ ਹੈ ਜੋ ਵਿਦਿਆਰਥੀ ਦੇ ਬਾਹਰੀ ਦਬਾਅ ਤੇ ਪਾਇਆ ਜਾਂਦਾ ਹੈ। ਵਿਦਿਆਰਥੀਆਂ ਦਾ ਇਨਾਮ, ਡੰਡੇ ਤੇ ਜੁਰਮ ਜਾਂ ਫਿਰ ਬੇਇੱਜ਼ਤੀ ਦੇ ਡਰ ਕਰਕੇ ਜਬਰੀ ਥੋਪਿਆ ਜਾਂਦਾ ਹੈ, ਜੋ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਫੋਰਸਡ ਡਿਸਿਪਲਿਨ ਹੁੰਦਾ, ਜੋ ਕਿ ਬਾਹਰੀ ਹੁੰਦਾ। ਠੀਕ ਹੈ ਜੀ। ਤੇ ਇਸੇ ਤਰ੍ਹਾਂ ਦੋਸਤੋ ਆਪਣਾ ਇੰਗਲਿਸ਼ ਮੀਡੀਅਮ ਵਾਲੇ ਆਪਣਾ ਦੇਖ ਲੈਣ। ਠੀਕ ਹੈ, ਇੰਟਰਨਲ ਡਿਸਿਪਲਿਨ ਤੇ ਆਪਣਾ ਥੱਲੇ ਐਕਸਟਰਨਲ ਡਿਸਿਪਲਿਨ। ਠੀਕ ਹੈ ਜੀ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਅਗਲਾ ਪ੍ਰਸ਼ਨ ਦੋਸਤੋ ਕੀ ਹੈ? ਭੋਜਨ ਖਾਣ ਤੋਂ ਪਹਿਲਾਂ, ਭੋਜਨ ਖਾਂਦੇ ਸਮੇਂ, ਭੋਜਨ ਖਾਣ ਤੋਂ ਬਾਅਦ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਤਾਂ ਦੋਸਤੋ ਇਹ ਦਾ ਮਤਲਬ ਸਿੰਪਲ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਵਾਂ ਤਾਂ ਤੁਸੀਂ ਭੋਜਨ ਖਾਣ ਸੰਬੰਧੀ ਨਿਯਮ ਲਿਖਣੇ ਨੇ ਕਿ ਕੀ ਨਿਯਮ ਨੇ। ਠੀਕ ਹੈ ਜੀ। ਇਹੀ ਆਪਣਾ ਆਨਸਰ ਆਏਗਾ। ਭੋਜਨ ਸੰਬੰਧੀ ਜ਼ਰੂਰੀ ਨਿਯਮ, ਜਿਹੜਾ ਭੋਜਨ ਅਸੀਂ ਖਾਂਦੇ ਹਾਂ ਉਸ ਦਾ ਪੂਰਾ ਲਾਭ ਪ੍ਰਾਪਤ ਕਰਨ ਲਈ ਸਾਨੂੰ ਕੁਝ ਨਿਯਮ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਵੇਂ ਕਿ ਦੋਸਤੋ ਇਹਨਾਂ ਨਿਯਮਾਂ ਦਾ ਹੇਠ ਲਿਖੇ ਮਤਲਬ ਦਿੱਤਾ ਹੋਇਆ ਵਾ। ਦੇਖੋ, ਭੋਜਨ ਹਮੇਸ਼ਾ ਨਿਯਤ ਸਮੇਂ ਤੇ ਜਿਹੜਾ ਹੈਗਾ ਕਰਨਾ ਚਾਹੀਦਾ। ਭੋਜਨ ਖਾਣ ਤੋਂ ਪਹਿਲਾਂ ਹੱਥ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਧੋ ਲੈਣਾ ਚਾਹੀਦਾ ਹੈ। ਭੋਜਨ ਚੰਗੀ ਤਰ੍ਹਾਂ ਦੋਸਤੋ ਚਿੱਥ ਕੇ ਅਤੇ ਹੌਲੀ-ਹੌਲੀ ਖਾਣਾ ਚਾਹੀਦਾ ਹੈ। ਭੋਜਨ ਖਾਣ ਸਮੇਂ ਜਿਹੜਾ ਹੈਗਾ ਵਾ ਕੁਝ ਪੜ੍ਹਨਾ ਕੀ ਲਿਖਿਆ? ਭੋਜਨ ਖਾਣ ਸਮੇਂ ਨਾ ਕੁਝ ਪੜ੍ਹਨਾ ਚਾਹੀਦਾ ਹੈ, ਨਾ ਹੀ ਗੱਲਾਂ ਕਰਨੀਆਂ ਚਾਹੀਦੀਆਂ ਹਨ। ਭੋਜਨ ਖਾਣ ਸਮੇਂ ਜਿਹੜਾ ਹੈਗਾ ਖੁਸ਼ ਰਹਿਣਾ ਚਾਹੀਦਾ ਹੈ। ਉਸ ਸਮੇਂ ਫਿਕਰ ਜਾਂ ਫਿਰ ਚਿੰਤਾ ਨਹੀਂ ਕਰਨੀ ਚਾਹੀਦੀ ਹੈ। ਭੁੱਖ ਲੱਗਣ 'ਤੇ ਹੀ ਭੋਜਨ ਖਾਣਾ ਚਾਹੀਦਾ ਹੈ। ਭੋਜਨ ਸਦਾ ਦੋਸਤੋ ਲੋੜ ਅਨੁਸਾਰ ਹੀ ਖਾਣਾ ਚਾਹੀਦਾ ਹੈ। ਬਹੁਤ ਘੱਟ ਅਤੇ ਬਹੁਤ ਵੱਧ ਭੋਜਨ ਨਹੀਂ ਖਾਣਾ ਚਾਹੀਦਾ ਹੈ। ਤਲੀਆਂ ਹੋਈਆਂ ਚੀਜ਼ਾਂ ਛੇਤੀ ਹਜਮ ਨਹੀਂ ਹੁੰਦੀਆਂ, ਇਸ ਲਈ ਇਹਨਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ। ਬੇਹਾ ਜਾਂ ਫਿਰ ਬਾਸੀ ਅਤੇ ਖਰਾਬ ਭੋਜਨ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਦੁਪਹਿਰ ਨੂੰ ਭੋਜਨ ਕਰਨ ਤੋਂ ਬਾਅਦ ਕੁਝ ਦੇਰ ਆਰਾਮ ਕਰ ਲੈਣਾ ਲਾਭਦਾਇਕ ਹੁੰਦਾ ਹੈ। ਰਾਤ ਨੂੰ ਸੌਣ ਤੋਂ 2 ਘੰਟੇ ਪਹਿਲਾਂ ਭੋਜਨ ਖਾਣਾ ਚਾਹੀਦਾ ਹੈ। ਭੋਜਨ ਖਾਣ ਤੋਂ ਬਾਅਦ ਛੇਤੀ ਹੀ ਸੋ ਜਾਣਾ ਚਾਹੀਦਾ ਹੈ। ਭੋਜਨ ਕਰਨ ਤੋਂ ਛੇਤੀ ਬਾਅਦ ਹੀ ਜਿਹੜਾ ਹੈਗਾ ਵਾ ਕੀ ਲਿਖਿਆ ਆਪਣਾ ਵਰਜਿਸ਼ ਕਰਨੀ ਵੀ ਹਾਨੀਕਾਰਕ ਹੁੰਦੀ ਹੈ। ਗਰਮ ਭੋਜਨ ਖਾਣ ਤੋਂ ਬਾਅਦ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਹੈ। ਠੀਕ ਹੈ ਜੀ। ਗਰਮ ਭੋਜਨ ਖਾਣ ਤੋਂ ਬਾਅਦ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਹੈ। ਭੋਜਨ ਖਾਣ ਤੋਂ ਬਾਅਦ ਚੰਗੀ ਤਰ੍ਹਾਂ ਜਿਹੜਾ ਹੈਗਾ ਵਾ ਕੁਰਲੀ ਕਰਕੇ ਦੰਦਾਂ ਨੂੰ ਸਾਫ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਦੰਦਾਂ ਵਿੱਚ ਭੋਜਨ ਦੇ ਅੰਸ਼ ਫਸੇ ਰਹਿਣਗੇ, ਇਸ ਕਰਕੇ ਮੂੰਹ ਵਿੱਚ ਬਦਬੂ ਆਵੇਗੀ। ਠੀਕ ਹੈ ਜੀ। ਭੋਜਨ ਕਰਨ ਵਾਲਾ ਜਗ੍ਹਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਬਹੁਤੀਆਂ ਚਟਪਟੀਆਂ ਤੇ ਮਸਾਲੇਦਾਰ ਚੀਜ਼ਾਂ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ। ਭੋਜਨ ਦਾ ਢੱਕ ਕੇ ਰੱਖਣਾ ਜ਼ਰੂਰੀ ਹੈ। ਠੀਕ ਹੈ ਜੀ। ਤੇ ਭੋਜਨ ਸਦਾ ਜਿਹੜਾ ਹੈਗਾ ਵਾ ਬਦਲ ਕੇ ਕਰਨਾ ਚਾਹੀਦਾ ਹੈ। ਮਿੱਠੀਆਂ ਜਾਂ ਫਿਰ ਖੱਟੀਆਂ ਚੀਜ਼ਾਂ ਬਹੁਤੀਆਂ ਨਹੀਂ ਖਾਣੀਆਂ ਚਾਹੀਦੀਆਂ ਹਨ। ਪਾਣੀ ਹਮੇਸ਼ਾ ਭੋਜਨ ਦੇ ਅੱਧ ਵਿੱਚ ਪੀਣਾ ਚਾਹੀਦਾ ਹੈ। ਭੋਜਨ ਠੀਕ ਪੱਕਿਆ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਦੋਸਤੋ ਆਪਣਾ ਇੰਗਲਿਸ਼ ਮੀਡੀਅਮ ਵਾਲਾ ਦੇਖ ਲੈਣ। ਐਕਸਪਲੇਨ ਦਾ ਰੂਲ ਆਫ ਟੇਕਿੰਗ ਫੂਡ। ਠੀਕ ਹੈ ਜੀ। ਤਾਂ ਇਹ ਤੁਹਾਡੇ ਪੁਆਇੰਟ ਲਿਖੇ ਹੋਏ ਹਨ ਤੇ ਤੁਸੀਂ ਇਸ ਨੂੰ ਦੇਖ ਸਕਦੇ ਹੋ। ਠੀਕ ਹੈ ਜੀ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਬਸ ਇੰਨਾ ਕਾ ਹੀ ਤੁਸੀਂ ਲਿਖਣਾ ਵਾ। ਇੰਗਲਿਸ਼ ਮੀਡੀਅਮ ਵਾਲਿਆਂ ਦਾ ਬਸ ਛੋਟਾ ਹੀ ਹੈ, ਜ਼ਿਆਦਾ ਕੋਈ ਵੱਡਾ ਨਹੀਂ ਹੈ। ਠੀਕ ਹੈ ਜੀ। ਤਾਂ ਇਹ ਤੁਹਾਡਾ ਆਨਸਰ ਹੋ ਗਿਆ। ਅੱਗੇ ਹੈ ਦੋਸਤੋ ਆਪਣਾ ਅਸੀਂ ਆਪਣੇ ਬਚਪਨ ਵਿੱਚ ਅਨੁਸ਼ਾਸਨ ਕਿਵੇਂ ਸਿੱਖਦੇ ਹਾਂ? ਠੀਕ ਹੈ ਜੀ। ਤਾਂ ਦੋਸਤੋ ਇਹਦਾ ਆਨਸਰ ਦੇਖੋ। ਹਾਂ, ਬੱਚੇ ਘਰਾਂ ਵਿੱਚ ਅਨੁਸ਼ਾਸਨ ਕਿਵੇਂ ਸਿੱਖਦੇ ਹਨ? ਠੀਕ ਹੈ, ਆਹੀ ਲਿਖ ਦਿਓ ਤੁਸੀਂ। ਘਰ ਬੱਚਿਆਂ ਦਾ ਅਨੁਸ਼ਾਸਨ ਸਿਖਾਉਂਦਾ ਹੈ। ਠੀਕ ਹੈ ਜੀ। ਘਰ ਬੱਚਿਆਂ ਨੂੰ ਅਨੁਸ਼ਾਸਨ ਸਿਖਾਉਣ ਦੀ ਜਿਹੜੀ ਹੈਗਾ ਮੁੱਢਲੀ ਪਾਠਸ਼ਾਲਾ ਹੈ। ਘਰ ਵਿੱਚ ਜਿਹੜਾ ਹੈਗਾ ਮਾਤਾ ਪਿਤਾ, ਭੈਣ ਭਰਾ, ਚਾਚਾ ਚਾਚੀ, ਦਾਦਾ ਦਾਦੀ ਇਕੱਠੇ ਰਹਿੰਦੇ ਹਨ। ਪਰਿਵਾਰ ਵਿੱਚ ਸਭ ਤੋਂ ਵੱਡਾ ਮਨੁੱਖ ਪਰਿਵਾਰ ਦਾ ਮੁਖੀ ਹੁੰਦਾ ਹੈ। ਬਾਕੀ ਸਾਰੇ ਉਸ ਦੀ ਮਰਜ਼ੀ ਅਨੁਸਾਰ ਕੰਮ ਕਰਦੇ ਹਨ। ਸਾਰੇ ਮੈਂਬਰ ਇੱਕ ਦੂਜੇ ਨਾਲ ਪਿਆਰ ਕਰਦੇ ਹਨ। ਛੋਟੇ ਬੱਚਿਆਂ ਦਾ ਸਤਿਕਾਰ ਕਰਦੇ ਹਨ। ਸਾਰੇ ਇੱਕ ਦੂਜੇ ਦੇ ਦੁੱਖ ਵੰਡਦੇ ਹਨ। ਘਰ ਵਿੱਚ ਪਿਆਰ ਅਤੇ ਹਮਦਰਦੀ ਭਰਿਆ ਵਾਤਾਵਰਣ ਬਣਿਆ ਰਹਿੰਦਾ ਹੈ। ਪਰਿਵਾਰ ਦੇ ਸਾਰੇ ਮੈਂਬਰ ਆਪਣੇ ਫਰਜ਼ ਦੀ ਪਾਲਣਾ ਕਰਦੇ ਹਨ। ਇਹੋ ਜਿਹੇ ਵਾਤਾਵਰਣ ਵਿੱਚ ਬੱਚੇ ਅਨੁਸ਼ਾਸਨ ਵਿੱਚ ਰਹਿਣਾ ਸਿੱਖ ਜਾਂਦੇ ਹਨ। ਘਰ ਵਿੱਚ ਬੱਚਾ ਬਚਪਨ ਵਿੱਚ ਹੀ ਅਨੁਸ਼ਾਸਨ ਸਿੱਖ ਜਾਂਦਾ ਹੈ। ਛੋਟੇ ਵੱਡਿਆਂ ਤੇ ਭੈਣ ਭਰਾਵਾਂ ਨੂੰ ਮਾਪਿਆਂ ਦਾ ਸਤਿਕਾਰ ਕਰਦਿਆਂ ਦੇਖ ਕੇ ਵੱਡਿਆਂ ਦਾ ਸਤਿਕਾਰ ਕਰਨਾ ਵੀ ਸਿੱਖ ਜਾਂਦੇ ਹਨ। ਤਾਂ ਇਹ ਇਸਦਾ ਆਨਸਰ ਹੋ ਜਾਵੇਗਾ। ਠੀਕ ਹੈ ਜੀ। ਇੰਗਲਿਸ਼ ਮੀਡੀਅਮ ਵਾਲਾ ਵੀ ਆਪਣਾ ਦੇਖ ਲੈਣ। ਆਹ ਵਾਲਾ ਕੁਐਸਚਨ ਸੀਗਾ ਤੁਹਾਡਾ, ਚਿਲਡਰਨ ਲਰਨ ਡਿਸਿਪਲਿਨ ਐਟ ਹੋਮ ਹਾਊ। ਠੀਕ ਹੈ ਜੀ। ਤਾਂ ਤੁਸੀਂ ਆਪਣਾ ਆਨਸਰ ਇਹ ਦੇਖ ਲਓ। ਇੱਕ ਵਾਰੀ ਤੁਹਾਨੂੰ ਦਿਖਾ ਵੀ ਦੇਣਾ, ਦੇਖ ਲਓ ਤੁਹਾਡੇ ਪ੍ਰਸ਼ਨ ਕਿਹੜੇ ਸੀਗੇ। ਇਹ ਤੁਸੀਂ ਤੁਹਾਡੇ ਦਿਮਾਗ 'ਚੋਂ ਨਾ ਨਿਕਲ ਜਾਵੇ ਤਾਂ ਹੀ ਸੀਗਾ। ਇੱਕ ਤਾਂ ਹਜੇ ਆਹ ਕੀਤਾ ਆਪਾਂ ਆਹ ਕੀਤਾ। ਠੀਕ ਹੈ ਜੀ। ਤਾਂ ਇਹ ਤੁਹਾਡੇ ਆਨਸਰ ਹੋ ਗਏ। ਤੇ ਹੁਣ ਚਲੋ ਦੋਸਤੋ ਅਗਲਾ ਦੇਖਦੇ ਹਾਂ ਪ੍ਰਸ਼ਨ ਕੀ ਹੈ। ਤੇ ਅਗਲੇ ਵਾਲੇ ਵੀ ਤੁਸੀਂ ਦੇਖ ਲਓ, ਕਈ ਵਾਰੀ ਦਿਮਾਗ 'ਚੋਂ ਨਿਕਲ ਜਾਂਦੇ ਆ। ਤਾਂ ਹੁਣ ਦੋਸਤੋ ਆਪਾਂ ਇਹ ਵਾਲਾ ਪ੍ਰਸ਼ਨ ਕਰਾਂਗੇ, ਫਿਰ ਇਹ ਕਰਾਂਗੇ ਤੇ ਫਿਰ ਇਹ ਕਰਾਂਗੇ। ਠੀਕ ਹੈ ਜੀ। 3 ਰਹਿ ਗਏ ਤੇ ਹੁਣ ਚਲੋ ਦੇਖਦੇ ਹਾਂ ਲਾਸਟ ਵਾਲੇ 3 ਰਹਿੰਦੇ ਆਪਣੇ। ਤਾਂ ਦੇਖੋ ਦੋਸਤੋ ਹੁਣ ਕੀ ਸੀਗਾ ਆਪਣਾ, ਯੋਗ ਦਾ ਕੀ ਮਹੱਤਵ ਹੈ? ਠੀਕ ਹੈ ਜੀ। ਤਾਂ ਦੇਖੋ ਦੋਸਤੋ ਯੋਗ ਦਾ ਮਹੱਤਵ ਯਾਨੀ ਕਿ ਇੰਪੋਰਟੈਂਸ ਆਫ ਯੋਗਾ। ਯੋਗ ਵਿਗਿਆਨ ਦੀ ਮਨੁੱਖੀ ਜੀਵਨ ਲਈ ਬਹੁਤ ਹੀ ਮਹੱਤਤਾ ਹੈ। ਯੋਗ ਭਾਰਤ ਦਾ ਹੀ ਨਹੀਂ ਸਗੋਂ ਦੁਨੀਆ ਦਾ ਪ੍ਰਾਚੀਨ ਗਿਆਨ ਹੈ। ਠੀਕ ਹੈ ਜੀ। ਦੇਸ਼ਾਂ ਵਿਦੇਸ਼ਾਂ ਵਿੱਚ ਡਾਕਟਰ ਅਤੇ ਸਰੀਰਕ ਸਿੱਖਿਆ ਦੇ ਅਧਿਆਪਕ ਨੇ ਇਸ ਗਿਆਨ ਦਾ ਇੱਕ ਸਿੱਕਾ ਮੰਨਿਆ ਹੈ। ਯੋਗ ਨਾਲ ਦੋਸਤੋ ਸਰੀਰ ਅਤੇ ਮਨ ਤੰਦਰੁਸਤ ਰਹਿੰਦਾ ਹੈ। ਇਸ ਦੇ ਨਾਲ ਹੀ ਦੋਸਤੋ ਜਿਹੜਾ ਹੈਗਾ ਵਾ ਇਸ ਨਾਲ ਦੋਸਤੋ ਨਾੜੀਆਂ ਵੀ ਲਚਕਦਾਰ ਅਤੇ ਮਜ਼ਬੂਤ ਰਹਿੰਦੀਆਂ ਹਨ। ਯੋਗ ਸਰੀਰ ਨੂੰ ਬਿਮਾਰੀ ਤੋਂ ਦੂਰ ਰੱਖਦਾ ਹੈ ਅਤੇ ਦੋਸਤੋ ਕੋਈ ਬਿਮਾਰੀ ਲੱਗ ਜਾਵੇ ਤਾਂ ਉਸ ਨੂੰ ਜਿਹੜਾ ਹੈਗਾ ਆਸਣ ਜਾਂ ਯੋਗ ਦੀ ਦੂਸਰੀ ਕਿਰਿਆਵਾਂ ਨਾਲ ਠੀਕ ਕੀਤਾ ਜਾ ਸਕਦਾ ਹੈ। ਜਿੱਥੇ ਯੋਗ ਮਨੁੱਖ ਨੂੰ ਤੰਦਰੁਸਤ, ਸੁੰਦਰ, ਸ਼ਕਤੀਸ਼ਾਲੀ ਬਣਾਉਂਦਾ ਹੈ, ਉੱਥੇ ਇਹ ਸ਼ਖਸੀਅਤ ਨੂੰ 4 ਚੰਨ ਲਾ ਦਿੰਦਾ ਹੈ। ਸੱਚ ਤਾਂ ਇਹ ਹੈ ਕਿ
योग सानू उस दुनिया ਵਿੱਚ ਲੈ ਜਾਂਦਾ ਹੈ ਜਿੱਥੇ ਜੀਵਨ ਹੈ, ਤੰਦਰੁਸਤੀ ਹੈ, ਧਰਮ ਸੁਖ ਹੈ, ਮਨ ਦੀ ਸ਼ਾਂਤੀ ਹੈ। ਯੋਗ ਦਾ ਗਿਆਨ ਤਾਂ ਉਹ ਗੰਗਾ ਹੈ ਜਿਸ ਵਿੱਚ ਹਰੇਕ ਬੂੰਦ ਵਿੱਚ ਰੋਗ ਨਸ਼ਟ ਕਰਨ ਦੀ ਸ਼ਕਤੀ ਹੈ। ਠੀਕ ਹੈ ਜੀ। ਯੋਗ ਪਰਮਾਤਮਾ ਦੇ ਨਾਲ ਮਿਲਣ ਵਾਲਾ ਸਰਵੋਤਮ ਸਾਧਨ ਹੈ। ਸਰੀਰ ਆਤਮਾ ਅਤੇ ਪਰਮਾਤਮਾ ਦੇ ਮਿਲਣ ਦਾ ਮਾਧਿਅਮ ਹੈ। ਇੱਕ ਤੰਦਰੁਸਤ ਸਰੀਰ ਦੁਆਰਾ ਹੀ ਪਰਮਾਤਮਾ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਤੇ ਅੱਗੇ ਲਿਖਿਆ ਹੋਇਆ ਦੋਸਤੋ, ਯੋਗ ਮਨੁੱਖ ਨੂੰ ਤੰਦਰੁਸਤ ਅਤੇ ਜਿਹੜਾ ਕਿ ਸ਼ਕਤੀਸ਼ਾਲੀ ਬਣਾਉਣ ਦੇ ਨਾਲ ਉਸ ਨੂੰ ਜਿਹੜਾ ਹੈਗਾ ਦੋਸਤੋ ਸਹਿਯੋਗ ਅਤੇ ਗੁਣੀ ਵੀ ਬਣਾਉਂਦਾ ਹੈ। ਇਹ ਸਾਡੇ ਵਿੱਚ ਸ਼ਕਤੀ ਪੈਦਾ ਕਰਦਾ ਹੈ। ਯੋਗ ਕੇਵਲ ਰੋਗੀ ਵਿਅਕਤੀਆਂ ਲਈ ਹੀ ਲਾਭਕਾਰੀ ਨਹੀਂ ਹੈ, ਸਗੋਂ ਸਵਸਥ ਮਨੁੱਖ ਨੂੰ ਵੀ ਇਸ ਦੇ ਅਭਿਆਸ ਦਾ ਲਾਭ ਉਠਾ ਸਕਦੇ ਹਨ। ਯੋਗ ਹਰ ਇੱਕ ਉਮਰ ਦੇ ਵਿਅਕਤੀਆਂ ਲਈ ਗੁਣਕਾਰੀ ਹੈ। ਠੀਕ ਹੈ ਜੀ। ਤੇ ਯੋਗ ਦੇ ਅਭਿਆਸ ਨਾਲ ਦੋਸਤੋ ਸਰੀਰ ਦੇ ਸਾਰੇ ਅੰਗ ਠੀਕ ਤਰ੍ਹਾਂ ਕੰਮ ਕਰਨ ਲੱਗ ਪੈਂਦੇ ਹਨ। ਯੋਗ ਅਭਿਆਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ, ਦਿਮਾਗੀ ਸੰਤੁਲਨ ਵੱਧਦਾ ਹੈ। ਯੋਗ ਦਾ ਜ਼ਰੂਰਤ ਅੱਜ ਦੇ ਯੁੱਗ ਵਿੱਚ ਓਨੀ ਹੀ ਹੈ ਜਿੰਨੀ ਪਹਿਲਾਂ ਦੇ ਯੁੱਗ ਵਿੱਚ ਸੀ। ਸਾਡੇ ਦੇਸ਼ ਨਾਲੋਂ ਬਾਹਰਲੇ ਦੇਸ਼ਾਂ ਵਿੱਚ ਇਸ ਖੇਤਰ ਵਿੱਚ ਬਹੁਤ ਹੀ ਉੱਨਤੀ ਹੋਈ ਹੈ। ਉਹਨਾਂ ਦੇਸ਼ਾਂ ਵਿੱਚ ਮਨ ਦੀ ਸ਼ਾਂਤੀ ਵਾਸਤੇ ਇੱਕ ਤਾਂ ਬਹੁਤ ਹੀ ਵੱਡਾ ਜਿਹੜਾ ਹੈਗਾ ਵਾ ਪ੍ਰਚਾਰ ਹੁੰਦਾ ਹੈ। ਉਹਨਾਂ ਦੇ ਦੇਸ਼ ਵਿੱਚ ਯੋਗ ਦੇ ਖੇਤਰ ਵਿੱਚ ਬਹੁਤ ਵਿਦਵਾਨ ਹਨ। ਇਹ ਧਾਰਨਾ ਵੀ ਗਲਤ ਹੈ ਕਿ ਅੱਜ ਕੱਲ੍ਹ ਦੇ ਲੋਕ ਯੋਗ ਕਰਨ ਦੇ ਕਾਬਿਲ ਨਹੀਂ ਰਹੇ। ਅੱਜ ਦੇ ਯੁੱਗ ਵਿੱਚ ਮਨੁੱਖ ਨੂੰ ਯੋਗ ਦਾ ਪੂਰਾ ਲਾਭ ਉਠਾ ਸਕਦੇ ਹਨ। ਠੀਕ ਹੈ ਜੀ। ਤੇ ਇੰਗਲਿਸ਼ ਮੀਡੀਅਮ ਵਾਲੇ ਆਪਣਾ ਦੇਖ ਲੈਣ ਪ੍ਰਸ਼ਨ। ਆ ਦੇਖੋ, ਆਹੀ ਪ੍ਰਸ਼ਨ ਸੀਗਾ ਤੁਹਾਡਾ, ਦਾ ਇੰਪੋਰਟੈਂਸ ਆਫ ਯੋਗਾ। ਠੀਕ ਹੈ, ਯਾਨੀ ਕਿ ਇੰਪੋਰਟੈਂਸ ਆਫ ਯੋਗਾ ਆਪਣੇ ਇਹ ਪੁਆਇੰਟ ਤੁਸੀਂ ਦੇਖ ਲਓ ਇੰਗਲਿਸ਼ ਮੀਡੀਅਮ ਵਾਲੇ। ਠੀਕ ਹੈ, ਤੁਹਾਡਾ ਆਨਸਰ ਇੰਨਾ ਕਾ ਹੀ ਹੈਗਾ ਵਾ। ਠੀਕ ਹੈ, ਇੰਗਲਿਸ਼ ਮੀਡੀਅਮ ਦਾ। ਤੇ ਹੁਣ ਦੋਸਤੋ ਚਲੋ ਦੇਖਦੇ ਹਾਂ ਪੰਜਾਬੀ ਮੀਡੀਅਮ ਦਾ ਅਗਲਾ ਪ੍ਰਸ਼ਨ ਕੀ ਹੈ। ਆਹ ਹੋ ਗਿਆ, ਹਾਂਜੀ ਹੋ ਗਿਆ। ਤਾਂ ਹੁਣੇ ਦੋਸਤੋ ਅਸ਼ਟਾਂਗ ਯੋਗਾ ਦੇ 8 ਅੰਗਾਂ ਦੇ ਨਾਮ ਲਿਖੋ। ਠੀਕ ਹੈ ਜੀ। ਤਾਂ ਦੋਸਤੋ ਚਲੋ ਦੇਖਦੇ ਹਾਂ। ਆ ਦੇਖੋ ਦੋਸਤੋ, ਆਪਣਾ ਆਹੀ ਪ੍ਰਸ਼ਨ ਹੈ ਨਾ, ਅਸ਼ਟਾਂਗ ਯੋਗਾ ਦੇ ਬਾਰੇ ਤੁਸੀਂ ਕੀ ਜਾਣਦੇ ਹੋ। ਠੀਕ ਹੈ ਜੀ। ਤੇ ਉਹਨਾਂ ਦੇ ਜਿਹੜੇ ਹੈਗੇ 8 ਅੰਗ ਨੇ। ਠੀਕ ਹੈ ਜੀ। ਆਪਾਂ 8 ਅੰਗ ਲਿਖ ਲੈਣੇ। ਪਹਿਲਾਂ ਤੁਹਾਨੂੰ ਅਸ਼ਟਾਂਗ ਯੋਗਾ ਦੱਸ ਦੇਣਾ। ਅਸ਼ਟਾਂਗ ਯੋਗਾ ਦੇ 8 ਅੰਗ ਹੁੰਦੇ ਹਨ, ਯਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਿਹਾਰ, ਧਾਰਨਾ, ਧਿਆਨ ਅਤੇ ਸਮਾਧੀ। ਇਹ 8 ਪ੍ਰਕਾਰ ਦੇ ਜਿਹੜੇ ਹੈਗੇ ਅੰਗ ਮਨੁੱਖੀ ਸਰੀਰ ਨੂੰ ਤੰਦਰੁਸਤ, ਮਨ ਨੂੰ ਬਲਵਾਨ ਬਣਾਉਂਦੇ ਹਨ ਅਤੇ ਪਰਮਾਤਮਾ ਦੀ ਪ੍ਰਾਪਤੀ ਲਈ ਅਹਿਮ ਰੋਲ ਅਦਾ ਕਰਦੇ ਹਨ। ਅਸ਼ਟਾਂਗ ਯੋਗਾ ਦੇ 8 ਅੰਗ ਹੇਠ ਲਿਖੇ ਅਨੁਸਾਰ ਹਨ। ਸਭ ਤੋਂ ਪਹਿਲਾਂ ਦੇਖੋ ਦੋਸਤੋ ਕੀ ਹੈ। ਯਮ ਦਾ ਅਰਥ ਹੈ ਸਰੀਰ ਦੀ ਸਾਧਨਾ। ਇਹ ਕੁਝ ਸਿਧਾਂਤਾਂ ਨੂੰ ਦਰਸਾਉਂਦਾ ਹੈ ਜੋ ਹੇਠ ਲਿਖੇ ਅਨੁਸਾਰ ਹਨ। ਅਹਿੰਸਾ, ਸੱਚ, ਝੂਠ ਨਾ ਬੋਲਣਾ, ਅਸਤੇय ਚੋਰੀ ਨਾ ਕਰਨਾ, ਮਚਾਰੀਆ, ਸਾਰੀਆਂ ਇੰਦਰੀਆਂ ਤੋਂ ਪੈਦਾ ਹੋਣ ਵਾਲੇ ਜਿਹੜੇ ਹੈਗੇ ਆ ਸੂਖਮ, ਹਾਂਜੀ, ਇੰਦਰੀਆਂ ਤੋਂ ਪੈਦਾ ਹੋਣ ਵਾਲੇ ਸੁੱਖਾਂ ਵਿੱਚ ਸੰਜਮ ਵਰਤਣਾ। ਠੀਕ ਹੈ ਜੀ। ਤੇ ਆਪਣਾ ਅਪਰਿਯ ਗ੍ਰਹਿ ਯਾਨੀ ਕਿ ਜ਼ਰੂਰਤ ਤੋਂ ਜ਼ਿਆਦਾ ਇੱਛਾ ਨਾ ਕਰਨਾ ਅਤੇ ਦੂਜਿਆਂ ਦੀਆਂ ਵਸਤੂਆਂ ਦਾ ਇੱਛਾ ਨਾ ਕਰਨੀ। ਤੇ ਦੂਸਰਾ ਪੁਆਇੰਟ ਹੈਗਾ ਦੋਸਤੋ ਨਿਯਮ ਦਾ ਅਰਥ। ਨਿਯਮ ਦਾ ਅਰਥ ਹੈ ਸਰੀਰ ਅਤੇ ਮਨ ਨੂੰ ਜਿਹੜਾ ਹੈਗਾ ਸ਼ੁੱਧ ਅਤੇ ਪਵਿੱਤਰ ਰੱਖਣਾ ਹੈ। ਇਸ ਦੀ ਮਦਦ ਨਾਲ ਦੂਜਿਆਂ ਦੇ ਪ੍ਰਤੀ ਈਰਖਾ ਨੂੰ ਖਤਮ ਕੀਤਾ ਜਾ ਸਕਦਾ ਹੈ। ਇਸ ਵਿੱਚ ਜਿਹੜਾ ਹੈਗਾ ਵਾ ਹੇਠ ਲਿਖੀਆਂ ਗੱਲਾਂ ਸ਼ਾਮਿਲ ਨੇ, ਜਿਵੇਂ ਕਿ ਸੋਚ, ਸਰੀਰ ਅਤੇ ਮਨ ਦੀ ਸ਼ੁੱਧੀ, ਸੰਤੋਖ, ਸੰਤੁਸ਼ਟ ਅਤੇ ਪ੍ਰਸੰਨ ਰਹਿਣਾ, ਤਪ, ਆਪਣੇ ਤੋਂ ਜਿਹੜਾ ਹੈਗਾ ਅਨੁਸ਼ਾਸਿਤ ਰਹਿਣਾ। ਠੀਕ ਹੈ ਜੀ। ਸਵਾਧਾਇ, ਠੀਕ ਹੈ ਜੀ, ਆਤਮ ਚਿੰਤਨ ਕਰਨਾ, ਈਸ਼ਵਰ ਪਰਿਧਾਨ ਯਾਨੀ ਕਿ ਈਸ਼ਵਰ ਦੇ ਪ੍ਰਤੀ ਪੂਰਾ ਵਿਸ਼ਵਾਸ। ਤੀਸਰਾ ਪੁਆਇੰਟ ਦੇਖੋ ਦੋਸਤੋ ਕੀ ਹੈ। ਆਸਣ। ਠੀਕ ਹੈ ਜੀ। ਆਸਣ ਅਸ਼ਟਾਂਗ ਯੋਗਾ ਦਾ ਤੀਜਾ ਅੰਗ ਹੈ। ਠੀਕ ਹੈ ਜੀ। ਤੀਜਾ ਅੰਗ ਹੈ ਆਸਣ। ਤੇ ਇਹ ਉਹ ਅਵਸਥਾ ਹੈ ਜਿਸ ਵਿੱਚ ਸਰੀਰ ਅਤੇ ਆਤਮਾ ਦੋਵੇਂ ਸਥਿਰ ਹੋਣ। ਧਿਆਨ ਵਿੱਚ ਸਥਿਤੀ ਹੈ। ਧਿਆਨ ਦੀ ਸਥਿਤੀ ਵਿੱਚ ਜੇਕਰ ਸਰੀਰ ਨੂੰ ਕਿਸੇ ਕਿਸਮ ਦਾ ਜਿਹੜਾ ਹੈਗਾ ਕਸ਼ਟ ਮਹਿਸੂਸ ਹੋਏ ਤਾਂ ਮਨੁੱਖ ਦਾ ਧਿਆਨ ਨਹੀਂ ਲੱਗਦਾ। ਇਸ ਲਈ ਆਸਣ ਤੇ ਜ਼ੋਰ ਦਿੱਤਾ ਗਿਆ ਹੈ। ਆਸਣ ਕਰਨ ਨਾਲ ਨਾੜੀਆਂ ਸ਼ੁੱਧ ਹੁੰਦੀਆਂ ਹਨ, ਸਰੀਰ ਨੂੰ ਫੁਰਤੀ ਮਿਲਦੀ ਹੈ। ਇਸ ਤੋਂ ਇਲਾਵਾ ਇਸ ਨਾਲ ਸਰੀਰ ਨੂੰ ਬਾਹਰੀ ਅਤੇ ਅੰਦਰੂਨੀ ਤੌਰ 'ਤੇ ਵੀ ਦੋਸਤੋ ਮਜ਼ਬੂਤ, ਸ਼ਕਤੀਸ਼ਾਲੀ ਬਣਾਇਆ ਜਾਂਦਾ ਹੈ। ਅਜੋਕੇ ਸਮੇਂ ਵਿੱਚ ਨਰੋਏ ਸਰੀਰ ਅਤੇ ਸ਼ਾਂਤ ਜੀਵਨ ਲਈ ਦੋਸਤੋ ਆਸਣ ਬਹੁਤ ਜ਼ਰੂਰੀ ਹੈ। ਪ੍ਰਾਣਾਯਾਮ। ਠੀਕ ਹੈ ਜੀ। ਤਾਂ ਦੇਖੋ ਦੋਸਤੋ ਪ੍ਰਾਣਾਯਾਮ ਦਾ ਅਰਥ ਹੈ ਦੋਸਤੋ ਪ੍ਰਾਣਾਯਾਮ ਭਾਵ ਯਾਨੀ ਕਿ ਸਾਹ ਕਿਰਿਆ ਨੂੰ ਕਾਬੂ ਕਰਕੇ ਉਸ ਵਿੱਚ ਇਕਸਾਰਤਾ ਲਿਆਉਣਾ। ਜਦ ਪਾਣੀ ਸਾਹ ਨੂੰ ਅੰਦਰ ਖਿੱਚਦਾ ਹੈ ਤੇ ਬਾਹਰ ਕੱਢਦਾ ਹੈ ਤਾਂ ਇਸ ਨੂੰ ਜਿਹੜਾ ਹੈਗਾ ਵਾ ਕਿਰਿਆ ਨੂੰ ਜਿਹੜਾ ਹੈਗਾ ਵਾ ਸਾਹ ਕਿਰਿਆ ਕਿਹਾ ਜਾਂਦਾ ਹੈ। ਪ੍ਰਾਣਾਯਾਮ ਹਮੇਸ਼ਾ ਖੁੱਲੀ ਥਾਂ ਅਤੇ ਸ਼ੁੱਧ ਵਾਤਾਵਰਣ ਵਿੱਚ ਹੀ ਕਰਨਾ ਚਾਹੀਦਾ ਹੈ। ਪ੍ਰਾਣਾਯਾਮ ਕਰਨ ਨਾਲ ਫੇਫੜੇ ਮਜ਼ਬੂਤ ਅਤੇ ਸਾਹ ਨਾਲ ਸੰਬੰਧਿਤ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਹ ਦਿਲ, ਫੇਫੜੇ, ਦਿਮਾਗ, ਪਾਚਨ ਅਤੇ ਪੇਟ ਦੇ ਰੋਗਾਂ ਵਿੱਚ ਬਹੁਤ ਲਾਭਦਾਇਕ ਹੈ। ਠੀਕ ਹੈ ਜੀ। ਅੱਗੇ ਦੋਸਤੋ ਆਪਣਾ ਪ੍ਰਤਿਹਾਰ। ਠੀਕ ਹੈ ਜੀ। ਜਦੋਂ ਮਨੁੱਖ ਆਪਣੀਆਂ ਸਾਰੀਆਂ ਇੰਦਰੀਆਂ ਨੂੰ ਬਾਹਰਲੇ ਵਿਕਾਰਾਂ ਤੋਂ ਹਟਾ ਕੇ ਅੰਤਰਮੁਖੀ ਕਰ ਲੈਂਦਾ ਹੈ ਤਾਂ ਜਿਹੜਾ ਹੈਗਾ ਇਸ ਕਿਰਿਆ ਨੂੰ ਪ੍ਰਤਿਹਾਰ ਕਿਹਾ ਜਾਂਦਾ ਹੈ। ਠੀਕ ਹੈ ਜੀ। ਪ੍ਰਤਿਹਾਰ ਦੀ ਮਦਦ ਨਾਲ ਦੋਸਤੋ ਮਨੁੱਖ ਆਪਣੀਆਂ ਇੰਦਰੀਆਂ 'ਤੇ ਕਾਬੂ ਪਾ ਲੈਂਦਾ ਹੈ। ਇਸ ਨਾਲ ਉਹ ਆਪਣੇ ਮਨ ਨੂੰ ਸ਼ੁੱਧ, ਠੀਕ ਹੈ ਜੀ, ਤਪ ਵਿੱਚ ਵਾਧਾ, ਤੰਦਰੁਸਤ ਸਰੀਰ ਅਤੇ ਸਮਾਧੀ ਵਿੱਚ ਸ਼ਾਮਿਲ ਹੋਣ ਦੀ ਸ਼ਕਤੀ ਪ੍ਰਾਪਤ ਕਰ ਲੈਂਦਾ ਹੈ। ਠੀਕ ਹੈ ਜੀ। ਤੇ ਅਗਲਾ ਦੋਸਤੋ ਪੁਆਇੰਟ ਕੀ ਹੈ। 6ਵਾਂ ਧਾਰਨਾ। ਠੀਕ ਹੈ ਜੀ। ਜਦੋਂ ਮਨ ਕਿਸੇ ਕਾਰਜ ਨੂੰ ਕਰਨ ਲਈ ਧਾਰ ਲੈਂਦਾ ਹੈ। ਠੀਕ ਹੈ ਜੀ। ਤਾਂ ਡੁੱਕਿਓ 2 ਮਿੰਟ। ਤੇ ਕੁਝ ਸਮੇਂ ਲਈ ਆਪਣੇ ਆਪ ਨੂੰ ਉਸੇ ਅਵਸਥਾ ਵਿੱਚ ਸਥਿਰ ਰੱਖਣ ਦੇ ਯੋਗ ਕਰ ਲੈਂਦਾ ਹੈ ਤਾਂ ਉਸ ਨੂੰ ਧਾਰਨਾ ਕਿਹਾ ਜਾਂਦਾ ਹੈ। ਭਾਵ ਅਧਿਆਤਮਿਕ ਦਿਸ਼ਾ ਜਾਂ ਫਿਰ ਪਰਮਾਤਮਾ ਵੱਲ ਮਨ ਨੂੰ ਲਗਾ ਦੇਣਾ ਹੀ ਧਾਰਨਾ ਹੈ। ਠੀਕ ਹੈ ਜੀ। ਤੇ ਅੱਗੇ 7ਵਾਂ ਪੁਆਇੰਟ
ਧਿਆਨ। ਤਾਂ ਦੇਖੋ ਧਿਆਨ ਦਾ ਅਰਥ ਹੈ ਮਨ ਨੂੰ ਕਿਸੇ ਵਿਸ਼ੇ ਵਿੱਚ ਬਾਹਰੀ ਅੰਦਰੂਨੀ ਅਤੇ ਅੰਦਰੂਨੀ ਰੁਕਾਵਟਾਂ ਤੋਂ ਬਿਨਾਂ ਲਗਾਏ ਰੱਖਣਾ। ਸਧਾਰਨ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਧਿਆਨ ਜਿਹੜਾ ਹੈਗਾ ਵਾ ਧਾਰਨ ਦਾ ਜਿਹੜਾ ਹੈਗਾ ਪਰਿਪੱਕ ਅਤੇ ਸੰਤੁਲਨ ਰੂਪ ਹੈ। ਧਿਆਨ ਲਗਾਉਣ ਨਾਲ ਮਨ ਦੀ ਜਿਹੜੀ ਹੈਗੀ ਆਪਣੀ ਚੰਚਲਤਾ ਜਿਹੜੀ ਹੈਗੀ ਤਿਆਗ ਕੇ ਇਕਾਗਰਚਿੱਤ ਹੋ ਜਾਂਦਾ ਹੈ। ਠੀਕ ਹੈ ਜੀ, ਮਾਨਸਿਕ ਪਰਪਿਕਤਾ ਬਣ ਜਾਂਦੀ ਹੈ। ਇਸ ਨਾਲ ਮਨ ਦੀ ਮੈਲੀ ਧੋਤੀ ਜਾਂਦੀ ਹੈ। ਅੱਗੇ ਦੋਸਤੋ ਸਮਾਧੀ। ਠੀਕ ਹੈ ਜੀ, ਤਾਂ ਦੇਖੋ ਦੋਸਤੋ ਇਹਦੇ ਵਿੱਚ ਕੀ ਆ, ਸਮਾਧੀ ਉਹ ਅਵਸਥਾ ਹੁੰਦੀ ਹੈ ਜਦੋਂ ਸਮਾਧੀ ਲਗਾਉਣ ਵਾਲਾ ਆਪਣੀ ਲਗਨ ਅਤੇ ਭਗਤੀ ਵਿੱਚ ਇੰਨਾ ਲੀਨ ਹੋ ਜਾਂਦਾ ਹੈ ਕਿ ਉਹ ਦੀਨ ਦੁਨੀਆ ਨੂੰ ਭੁੱਲ ਜਾਂਦਾ ਹੈ ਅਤੇ ਪਰਮਾਤਮਾ ਦੀ ਬੰਦਗੀ ਵਿੱਚ ਲੀਨ ਹੋ ਜਾਂਦਾ ਹੈ। ਅਰਥਾਤ ਮਨ ਨੂੰ ਦੁਨਿਆਵੀ ਵਿਸ਼ੇ ਤੇ ਵਿਕਾਰਾਂ ਤੋਂ ਹਟਾ ਕੇ ਇਕਾਗਰ ਕਰਨ ਹੀ ਸਮਾਧੀ ਹੈ। ਇਹ ਧਿਆਨ ਦੀ ਚਰਮ ਸੀਮਾ ਹੈ। ਇਹ ਅਵਸਥਾ ਵਿੱਚ ਮਨੁੱਖ ਸਮਾਧੀ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਠੀਕ ਹੈ ਜੀ, ਫਿਰ ਉਸ ਨੂੰ ਸਿਰਫ ਪਰਮਾਤਮਾ ਦੀ ਬੰਦਗੀ ਹੀ ਨਜ਼ਰ ਆਉਂਦੀ ਹੈ। ਆਤਮਾ ਅਤੇ ਪਰਮਾਤਮਾ ਦਾ ਮਿਲਾਪ ਇਸੇ ਅਵਸਥਾ ਦਾ ਸਿੱਟਾ ਹੈ। ਠੀਕ ਹੈ, ਇਸੇ ਤਰ੍ਹਾਂ ਦੋਸਤੋ ਆਪਣਾ ਇੰਗਲਿਸ਼ ਮੀਡੀਅਮ ਵਾਲੇ ਦੇਖ ਲੈਣ ਆਹ ਪ੍ਰਸ਼ਨ ਨੂੰ, ਅਸ਼ਟਾਂਗ ਯੋਗਾ। ਠੀਕ ਹੈ ਜੀ, ਤੇ ਉਹਨਾਂ ਦੇ 8 ਕੰਪੋਨੈਂਟਸ ਨੇ ਤੇ ਉਹਨਾਂ ਦੇ ਆਨਸਰ ਦੋਸਤੋ ਇਸ ਪ੍ਰਕਾਰ ਇਹ ਹੈਗਾ ਵਾ। ਠੀਕ ਹੈ ਜੀ, 8 ਕੰਪੋਨੈਂਟਸ ਇਹ ਰਹੇ। ਠੀਕ ਹੈ ਜੀ, ਤੇ ਫਸਟ 5 ਕੰਪੋਨੈਂਟ ਜਿਵੇਂ ਕਿ ਦੋਸਤੋ ਆ ਦੇਖੋ, ਆ ਦੇਖ ਲਓ ਯਮਾ। ਠੀਕ ਹੈ ਜੀ, ਨਿਯਮਾ। ਠੀਕ ਹੈ ਜੀ, ਤੇ ਆਪਣਾ ਆਸਨਾ, ਪ੍ਰਾਣਾਯਾਮ। ਠੀਕ ਹੈ, ਤੁਸੀਂ ਰੀਡ ਕਰ ਸਕਦੇ ਹੋ ਇਹਨੂੰ। ਠੀਕ ਹੈ, ਹਾਂ ਤੁਹਾਡੇ 4 ਪੁਆਇੰਟ ਹੋ ਗਏ। ਉਸ ਤੋਂ ਬਾਅਦ ਦੋਸਤੋ ਇਹ ਤੁਹਾਡਾ 5ਵਾਂ ਪੁਆਇੰਟ, 6ਵਾਂ ਪੁਆਇੰਟ, 7ਵਾਂ ਪੁਆਇੰਟ। ਠੀਕ ਹੈ, ਦੇਖੀ ਚਲੋ, ਤੇ ਆਪਣਾ ਇਹ 8ਵਾਂ ਪੁਆਇੰਟ। ਤਾਂ ਦੋਸਤੋ ਇਹ ਤੁਹਾਡਾ ਆਨਸਰ ਹੋ ਗਿਆ। ਤਾਂ ਇਹ ਤੁਹਾਡਾ ਆਨਸਰ ਸੀਗਾ ਜਿਹੜਾ ਅਸੀਂ ਹਜੇ ਕੁਐਸਚਨ ਕੀਤਾ ਨਾ। ਠੀਕ ਹੈ ਜੀ, ਤਾਂ ਅਸ਼ਟਾਂਗ ਯੋਗਾ ਦੇ ਐਲੀਮੈਂਟਸ ਬਾਰੇ। ਤਾਂ ਆਹ ਤੁਹਾਡਾ ਆਨਸਰ ਹੋ ਗਿਆ, ਯਾਨੀ ਕਿ ਕੰਪੋਨੈਂਟਸ ਬਾਰੇ। ਠੀਕ ਹੈ, ਇੱਕ ਵਾਰੀ ਦੁਬਾਰਾ ਤੋਂ ਦੇਖ ਲਓ। ਇੰਗਲਿਸ਼ ਮੀਡੀਅਮ ਵਾਲੇ ਆਪਣਾ ਇਸ ਨੂੰ ਰੀਡ ਕਰ ਸਕਦੇ ਨੇ। ਠੀਕ ਹੈ ਜੀ, ਤੇ ਇੱਕ ਵਾਰੀ ਹੋਰ ਦਿਖਾ ਦੇਣਾ, ਦੇਖੋ ਆਹ ਦੇਖੋ। ਠੀਕ ਹੈ ਜੀ, ਤਾਂ ਇਹ ਤੁਹਾਡਾ ਇੰਗਲਿਸ਼ ਮੀਡੀਅਮ ਦਾ ਹੋ ਗਿਆ। ਤੇ ਹੁਣ ਦੋਸਤੋ ਆਪਣਾ ਆਖਰੀ ਪ੍ਰਸ਼ਨ ਇਹ ਕਿ ਮੁੱਢਲੀ ਸਹਾਇਤਾ ਦੇ ਉਦੇਸ਼ ਲਿਖੋ। ਇੰਗਲਿਸ਼ ਮੀਡੀਅਮ ਵਾਲੇ ਵੀ ਆਪਣਾ ਦੇਖ ਲੈਣ। ਆਹ ਦੇਖੋ ਆਹੀ ਹੈ ਨਾ, ਰਾਈਟ ਡਾਊਨ ਦਾ ਆਬਜੈਕਟਿਵਸ ਆਫ ਫਸਟ ਏਡ। ਠੀਕ ਹੈ, ਇਸ ਤੋਂ ਪਹਿਲਾਂ ਆਪਾਂ ਦੋਸਤੋ 8 ਲਿੰਬਸ ਆਫ ਅਸ਼ਟਾਂਗ ਯੋਗਾ ਕੀਤੇ ਸੀਗੇ, ਯਾਨੀ ਕਿ ਉਹਨਾਂ ਦੇ ਕੰਪੋਨੈਂਟ। ਠੀਕ ਹੈ ਜੀ, 8। ਠੀਕ ਹੈ, ਤਾਂ ਉਹ ਆਪਾਂ ਕਰ ਚੁੱਕੇ ਇੰਗਲਿਸ਼ ਦੇ ਵਿੱਚ ਵੀ ਤੇ ਪੰਜਾਬੀ ਦੇ ਵਿੱਚ। ਤਾਂ ਦੋਸਤੋ ਚਲੋ ਹੁਣ ਦੇਖਦੇ ਹਾਂ ਪ੍ਰਸ਼ਨ। ਆਖਰੀ ਪ੍ਰਸ਼ਨ ਇਹ ਆਪਣਾ ਮੁੱਢਲੀ ਸਹਾਇਤਾ ਦੇ ਉਦੇਸ਼ ਲਿਖੋ। ਤਾਂ ਦੋਸਤੋ ਚਲੋ ਦੇਖਦੇ ਹਾਂ। ਆਹ ਦੇਖੋ ਮੁੱਢਲੀ ਸਹਾਇਤਾ ਦੇ ਕਿਹੜੇ ਉਦੇਸ਼ ਹਨ। ਤਾਂ ਦੇਖੋ ਰੋਗੀ ਨੂੰ ਨੇੜੇ ਜਾਂ ਫਿਰ ਰੋਗੀ ਨੂੰ ਜਿਹੜਾ ਹੈਗਾ ਨੇੜੇ ਦੇ ਹਸਪਤਾਲ ਜਾਂ ਫਿਰ ਡਾਕਟਰ ਕੋਲ ਪਹੁੰਚਾਉਣਾ, ਰੋਗੀ ਦੀ ਹਾਲਤ ਨੂੰ ਸੁਧਾਰਨਾ, ਰੋਗੀ ਦੀ ਹਾਲਤ ਨੂੰ ਵਿਗੜਨ ਤੋਂ ਰੋਕਣਾ, ਰੋਗੀ ਦੀ ਜ਼ਿੰਦਗੀ ਨੂੰ ਬਚਾਉਣਾ। ਤਾਂ ਦੋਸਤੋ ਇਹ ਇੰਨਾ ਕੁ ਹੀ ਸਾਨੂੰ ਲੱਭਿਆ ਵਾ ਤੁਹਾਡੀ ਗਾਈਡ ਦੇ ਵਿੱਚ। ਬਾਕੀ ਦੋਸਤੋ ਤੁਸੀਂ ਕਰਨਾ ਕੀ ਆ, ਇਹ ਜਿਹੜੇ ਪੁਆਇੰਟ ਨੇ 4 ਇਹਨਾਂ ਨੂੰ ਹੀ ਤੁਸੀਂ ਜਿਹੜਾ ਹੈਗਾ ਵੱਡਾ ਕਰਕੇ ਲਿਖ ਦੇਣਾ ਵਾ। ਜਿਵੇਂ ਕਿ ਆਹ ਪਹਿਲਾ ਪੁਆਇੰਟ ਲਿਖ ਦਿਓ ਤੇ ਇਹਨੂੰ ਐਕਸਪਲੇਨ ਕਰ ਦਿਓ। ਠੀਕ ਹੈ, 3-4 ਲਾਈਨਾਂ ਦੇ ਵਿੱਚ। ਤੇ ਆਹ ਦੂਸਰੇ ਪੁਆਇੰਟ ਨੂੰ ਵੀ ਐਕਸਪਲੇਨ ਕਰ ਦਿਓ 2-4 ਲਾਈਨਾਂ ਦੇ ਵਿੱਚ, ਇਹਨੂੰ ਵੀ 2-4 ਲਾਈਨਾਂ ਦੇ ਵਿੱਚ, ਤੇ ਇਹਨੂੰ ਵੀ। ਠੀਕ ਹੈ, ਇਸ ਤਰ੍ਹਾਂ ਫਿਰ ਤੁਹਾਡਾ ਇਹ ਜਿਹੜਾ ਵੱਡਾ ਕੁਐਸਚਨ ਹੋ ਜਾਏਗਾ। ਕੁਝ ਵੀ ਲਿਖ ਦਿਓ ਇਹਦੇ ਵਿੱਚ, ਤੁਹਾਨੂੰ ਮਾਰਕਸ ਮਿਲ ਜਾਣਗੇ। ਤੇ ਇਸੇ ਤਰ੍ਹਾਂ ਦੋਸਤੋ ਇੰਗਲਿਸ਼ ਮੀਡੀਅਮ ਵਾਲੇ ਆਪਣਾ ਦੇਖ ਲੈਣ, ਵਾਟ ਆਰ ਦਾ ਆਬਜੈਕਟਿਵ ਆਫ ਫਸਟ ਏਡ। ਤਾਂ ਦੇਖੋ ਦੋਸਤੋ ਟੂ ਕੇਅਰਿੰਗ ਦਾ ਵਿਕਟਮ ਟੂ ਅ ਨੀਅਰਬੀ ਹਸਪੀਟਲ ਔਰ ਡਾਕਟਰ ਐਟ ਦਾ ਅਰਲੀਐਸਟ, ਟੂ ਪ੍ਰਮੋਟ ਰਿਕਵਰੀ, ਟੂ ਪ੍ਰੀਵੈਂਟ ਐਨੀ ਫਰਦਰ ਇੰਜਰੀ, ਟੂ ਸੇਵ ਦਾ ਲਾਈਫ ਆਫ ਦਾ ਵਿਕਟਮ। ਠੀਕ ਹੈ, ਤਾਂ ਤੁਸੀਂ ਵੀ ਇਸ ਨੂੰ ਐਕਸਪਲੇਨ ਕਰਕੇ ਲਿਖ ਦਿਓ। ਜਿਵੇਂ ਕਿ ਆਹ ਪਹਿਲਾ ਪੁਆਇੰਟ ਲਿਖ ਦਿਓ, ਫਿਰ ਇਹਨੂੰ 2-4 ਲਾਈਨਾਂ ਇਹਦੀਆਂ ਲਿਖ ਦਿਓ, ਫਿਰ ਇਹਦੀਆਂ ਲਿਖ ਦਿਓ, ਫਿਰ ਇਹਦੀਆਂ ਲਿਖ ਦਿਓ, ਫਿਰ ਇਹਦਾ ਲਿਖ ਦਿਓ। ਠੀਕ ਹੈ ਜੀ, ਤਾਂ ਇਸ ਤਰ੍ਹਾਂ ਦੋਸਤੋ ਇਹ ਤੁਹਾਡਾ ਆਨਸਰ ਹੋ ਜਾਏਗਾ। ਤੇ ਉਸ ਤੋਂ ਬਾਅਦ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਹੋਰ ਕੋਈ ਕੁਐਸਚਨ ਨਹੀਂ ਬਚਿਆ। ਆਪਣਾ ਇਹ ਲਾਸਟ 28ਵਾਂ ਕੁਐਸਚਨ ਸੀਗਾ। ਠੀਕ ਹੈ ਜੀ, ਤੇ ਇੰਗਲਿਸ਼ ਮੀਡੀਅਮ ਵਾਲਿਆਂ ਦਾ ਵੀ ਇਹ 28ਵਾਂ ਕੁਐਸਚਨ ਸੀਗਾ ਲਾਸਟ। ਠੀਕ ਹੈ, ਇਸ ਤੋਂ ਬਾਅਦ ਦੋਸਤੋ ਕੁਝ ਵੀ ਨਹੀਂ ਬਚਿਆ। ਠੀਕ ਹੈ ਜੀ, ਪੂਰਾ ਦਾ ਪੂਰਾ ਪੇਪਰ ਸਰੀਰਕ ਸਿੱਖਿਆ ਯਾਨੀ ਕਿ ਆਪਣਾ ਜਿਹੜਾ ਹੈਗਾ ਦੋਸਤੋ ਸਿਹਤ ਅਤੇ ਸਰੀਰਕ ਸਿੱਖਿਆ ਯਾਨੀ ਕਿ ਫਿਜ਼ੀਕਲ ਐਜੂਕੇਸ਼ਨ 8ਵੀਂ ਕਲਾਸ ਦਾ ਅਸੀਂ ਪੂਰਾ ਹੀ ਸੋਲਵ ਕਰ ਲਿਆ। ਵੈਰੀ ਇੰਪੋਰਟੈਂਟ ਇਹਦੇ ਵਿੱਚ ਪ੍ਰਸ਼ਨ ਉੱਤਰ ਸੀਗੇ। ਤਾਂ ਦੋਸਤੋ ਇਹ ਸੀਗਾ। ਠੀਕ ਹੈ ਜੀ, ਅਗਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ। ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਕੀ ਅਗਰ ਤੁਹਾਡੀ ਕੋਈ ਕੁਐਰੀ ਹੈ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ। ਇੰਸਟਾ ਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਵਾ।